ਨਾ ਵੇ ਰੱਬਾ ਨਾ, ਨਾ ਵੇ ਰੱਬਾ ਨਾ, ਉਜੜ ਗਿਆ ਦਾ ਦੇਸ਼ ਨਾ ਕੋਈ, ਮਰਿਆਂ ਦੀ ਨਾ ਥਾਂ। ਨਾ ਵੇ ਰੱਬਾ ਨਾ, ਨਾ ਵੇ ਰੱਬਾ ਨਾ। ਸ਼ਹੀਦ ਨਵਰੀਤ ਸਾਡੇ ਕੋਲੋਂ ਚਲਾ ਗਿਆ। ਪਰਿਵਾਰ ਦੀਆਂ ਬਹੁਤ ਸਾਰੀਆਂ ਯਾਦਾਂ ਨੇ, ਦੋਸਤਾਂ ਦੀਆਂ ਬਹੁਤ ਸਾਰੀਆਂ ਯਾਦਾਂ ਹੋਣਗੀਆਂ। ਉਹਨਾਂ ਦੇ ਦਾਦਾ ਜੀ ਸਾਡੇ ਨਾਲ ਨੇ, ਸਰਦਾਰ ਹਰਦੀਪ ਸਿੰਘ ਡਿਬਡਵਾ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੀ ਵੱਡੀ ਇਹ ਔਖੀ ਘੜੀ ਹੈ ਤੇ ਇਸ ਘੜੀ 'ਚ ਉਹਨਾਂ ਦੇ ਲਈ ਇਹ ਲੜਾਈ ਕਿੰਨੀ ਅਹਿਮ ਆ। ਮੇਰੇ ਖਿਆਲ ਜੀ ਕੋਈ ਸਭ ਤੋਂ ਔਖਾ ਸਮਾਂ ਹੁੰਦਾ ਹੈ ਮਾਂ ਬਾਪ ਵਾਸਤੇ, ਤੇ ਉਹ ਆਪਣੇ ਬੱਚੇ ਦੀ ਲਾਸ਼ ਦੇ ਸਾਹਮਣੇ ਖੜਾ ਹੋਣਾ ਹੁੰਦਾ। ਮੇਰੇ ਉਹਨਾਂ ਨੂੰ ਲਾਸ਼ ਪਈ ਸੀ ਮੇਰੇ ਪੋਤੇ ਦੀ ਸਟੇਜ ਦੇ ਅੱਗੇ। ਕੁਛ ਨਹੀਂ ਸੀਗਾ, ਮਤਲਬ ਕਹਿਣ ਨੂੰ ਕੁਛ ਨਹੀਂ ਸੀ, ਬਰਦਾਸ਼ਤ ਕਰਨ ਦਾ ਵੀ ਕੋਈ ਐਡਾ, ਕਿਉਂਕਿ ਕਿੰਨਾ ਕੁ ਵੱਡਾ ਕੋਈ ਹੌਸਲਾ ਕਰ ਲੂਗਾ। ਪਰ ਮੈਂ ਇਸ ਕਰਕੇ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਜ਼ਬਤ ਵਿੱਚ ਰੱਖ ਸਕਿਆ, ਕਿਉਂਕਿ ਮੈਂ ਹਮੇਸ਼ਾ ਪਿਛਲੇ 40 ਸਾਲ ਤੋਂ ਪੰਜਾਬ ਦੀ ਮੂਵਮੈਂਟ ਨਾਲ ਹਾਂ, ਔਰ ਮੂਵਮੈਂਟ ਵਿੱਚ ਪਤਾ ਨਹੀਂ ਕਿੰਨੇ ਨੌਜਵਾਨ ਮੇਰੇ ਕੋਲੋਂ ਗਏ, ਸ਼ਹੀਦ ਹੋਏ, ਔਰ ਮੈਨੂੰ ਹਮੇਸ਼ਾ ਲੱਗਦਾ ਸੀ ਮੈਂ ਕਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਆਪਣੇ ਮੋਢਿਆਂ 'ਤੇ ਚੁੱਕੀ ਫਿਰਦਾ। ਅਤੇ ਜਦੋਂ ਮੈਂ ਨਵਰੀਤ ਦੇ ਸਰਾਣੇ ਖੜ੍ਹਾ ਸੀ, ਅਤੇ ਉਦੋਂ ਮੈਨੂੰ ਐਂ ਲੱਗਦਾ ਸੀ ਵੀ ਉਹ ਲਾਈਨ ਜਿਹੜੀ ਆ ਅੱਜ ਇੱਕ ਹੋਰ ਲੰਬੀ ਹੋ ਗਈ, ਇੱਕ ਹੋਰ ਲਾਸ਼ ਮੇਰੇ ਮੋਢਿਆਂ ਦੇ ਉੱਤੇ ਆ ਗਈ। ਇਹ ਪਲ ਭਾਵੇਂ ਮੇਰੇ ਲਈ ਕਿੰਨੇ ਭਾਰੀ ਆ, ਪਰ ਇਹ ਜੇ ਮੈਂ ਕਮਜ਼ੋਰ ਹੋਣਾ ਤੇ ਅੰਦੋਲਨ 'ਤੇ ਅਸਰ ਪਏਗਾ। ਕਿ ਬੜੀ ਦਰਾਸਤ ਗੱਲ ਸੀਗੀ। ਮੈਨੂੰ ਪਤਾ ਲੱਗਿਆ ਕਿ ਨਵਰੀਤ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੇ ਪਤਨੀ ਆਸਟ੍ਰੇਲੀਆ ਸੀਗੇ, ਭੈਣ ਕੈਨੇਡਾ ਸੀਗੇ, ਪਰਿਵਾਰ ਵੀ ਇਕੱਠਾ ਨਹੀਂ ਹੋ ਸਕੇ, ਮਿਲਣੇ ਉਹਨਾਂ ਚਿਹਰਾ ਵੀ ਨਹੀਂ ਦੇਖ ਸਕੇ। ਬਹੁਤ ਔਖਾ ਹੈ ਸਾਡੇ ਲਈ ਇਹ ਗੱਲ। ਮਤਲਬ ਇਹ ਸਾਨੂੰ ਇੰਝ ਲੱਗਦਾ ਵੀ ਅੱਜ ਹੱਲੇ ਸਾਡੇ ਕੋਲੋਂ ਸਾਨੂੰ ਤਾਂ ਸਹੀ ਮੈਨੇ ਜਿਵੇਂ ਵੀ ਨਵਰੀਤ ਨੂੰ ਰੋਣ ਦਾ ਵੀ ਮੌਕਾ ਨਹੀਂ ਮਿਲਿਆ। ਉਹਦੀ ਇੱਛਾ ਤਾਂ ਬਹੁਤ ਹੋ ਭੈਣ ਹੋਰਾਂ ਦੀ, ਉਹਨਾਂ ਦੀ ਪਤਨੀ। ਕਿਉਂ ਨਹੀਂ, ਸਾਨੂੰ ਪਤਾ ਸੀ ਉਹਨਾਂ ਨੂੰ ਕਿਵੇਂ ਚੁੱਪ ਕਰਾਇਆ ਵੀ ਜਦੋਂ ਵੀਡੀਓ ਕਾਲ ਤੇ ਮੇਰੇ ਨਾਲ ਮੇਰੀ ਪੋਤਰੀ ਰੂਬਰੂ ਹੋਈ। ਮੈਨੂੰ ਪਤਾ ਹੈ ਉਹ ਪਲ। ਸ਼ਹਾਦਤਾਂ ਨਾਲ ਹੀ ਜੰਗ ਜਿੱਤੀਆਂ ਜਾਂਦੀਆਂ, ਤੇ ਆਪਾਂ ਇਹ ਜੰਗ ਜਿੱਤਣੀ ਹੈ। ਨਵਰੀਤ ਦੀ ਸ਼ਹਾਦਤ ਨੂੰ ਆਪਾਂ ਐਵੇਂ ਅਣਜਾਈ ਨਹੀਂ ਜਾਣ ਦੇਣਾ, ਕਿਉਂਕਿ ਸਾਡਾ ਵੈਸੇ ਪਰਿਵਾਰਿਕ ਪਿਛੋਕੜ ਵੀ ਇਹੀ ਹੈ ਕਿ ਪਰ 1920 ਦੀ ਜਿਹੜੀ ਮੂਵਮੈਂਟ ਆ, ਜਿਹਦੀ ਅਸੀਂ ਹੁਣ 100ਵੀਂ ਵਾਰੇ ਗੰਢ ਮਨਾ ਰਹੇ ਹਾਂ ਨਨਕਾਣਾ ਸਾਹਿਬ ਸਾਕੇ ਦੀ, ਉਸ ਸਾਕੇ ਦਾ ਜਿਹੜਾ ਸ਼ਹੀਦ ਹੈ ਲਛਮਣ ਸਿੰਘ ਧਾਰੋਵਾਲ, ਉਹ ਮੇਰੇ ਬਾਪੂ ਜੀ ਦਾ ਫੁੱਫੜ ਸੀ। ਉਸੇ ਤਰ੍ਹਾਂ ਦੀ ਸ਼ਹਾਦਤ ਮੈਂ ਵੇਖ ਰਿਹਾ ਸੀ ਵੀ ਜਿਵੇਂ 5 ਪੀੜ੍ਹੀਆਂ ਪਹਿਲਾਂ ਇੱਕ ਸ਼ਹਾਦਤ ਸੀਗੀ ਨਨਕਾਣੇ ਸਾਹਿਬ ਦੇ ਸਾਕੇ ਦੀ, ਅਤੇ ਉਹੀ ਤਰੀਕਾਂ ਫਿਰ ਨਨਕਾਣੇ ਸਾਹਿਬ ਦੇ ਸਾਕੇ ਦੀਆਂ, ਅਤੇ ਉਸੇ ਤਰ੍ਹਾਂ ਦਾ ਫਿਰ ਇੱਕ ਮੋਰਚਾ ਹੈ, ਅਤੇ ਉਸ ਮੋਰਚੇ ਵਿੱਚ ਫਿਰ ਇੱਕ ਸ਼ਹਾਦਤ ਸਾਡੇ ਪਰਿਵਾਰ ਦੀ। ਨਾ ਵੇ ਰੱਬਾ ਨਾ, ਨਾ ਵੇ ਰੱਬਾ ਨਾ, ਉਜੜ ਗਿਆ ਦਾ ਦੇਸ਼ ਨਾ ਕੋਈ, ਮਰਿਆਂ ਦੀ ਨਾ ਥਾਂ। ਨਾ ਵੇ ਰੱਬਾ ਨਾ, ਨਾ ਵੇ ਰੱਬਾ ਨਾ। ਸ਼ਹੀਦ ਨਵਰੀਤ ਸਾਡੇ ਕੋਲੋਂ ਚਲਾ ਗਿਆ। ਪਰਿਵਾਰ ਦੀਆਂ ਬਹੁਤ ਸਾਰੀਆਂ ਯਾਦਾਂ ਨੇ, ਦੋਸਤਾਂ ਦੀਆਂ ਬਹੁਤ ਸਾਰੀਆਂ ਯਾਦਾਂ ਹੋਣਗੀਆਂ। ਬੜੀ ਔਖੀ ਘੜੀ ਹੈ, ਪਰ ਇਸ ਘੜੀ 'ਚ ਪਰਿਵਾਰ ਇਨਸਾਫ ਦੀ ਲੜਾਈ ਲੜ ਰਿਹਾ। ਉਹਨਾਂ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਵਾ, ਜੋ ਪੰਥਕ ਹਲਕਿਆਂ ਦੇ ਅੰਦਰ ਵੱਡਾ ਨਾਂ ਨੇ, ਰਾਈਟਰ ਨੇ, ਰਾਜਸਥਾਨ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ, ਉਹ ਲਗਾਤਾਰ ਪੰਜਾਬ 'ਚ ਆ ਕੇ ਆਪਣੀ ਗੱਲ ਕਹਿ ਰਹੇ ਨੇ। ਉਹਨਾਂ ਦਾ ਕਹਿਣਾ ਕਿ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਕਿਸਾਨੀ ਦਾ ਮਸਲਾ ਵੀ ਹੱਲ ਹੋਣਾ ਚਾਹੀਦਾ ਹੈ। ਸਾਡੇ ਨਾਲ ਨੇ ਸਰਦਾਰ ਹਰਦੀਪ ਸਿੰਘ ਡਿਬਡਵਾ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੀ ਵੱਡੀ ਇਹ ਔਖੀ ਘੜੀ ਹੈ ਅਤੇ ਇਸ ਘੜੀ 'ਚ ਉਹਨਾਂ ਦੇ ਲਈ ਇਹ ਲੜਾਈ ਕਿੰਨੀ ਅਹਿਮ ਆ। ਡਿਬਡਵਾ ਸਾਹਿਬ, ਜੋ ਮੈਂ ਜ਼ਿਕਰ ਕੀਤਾ ਕਿ ਉਜੜ ਗਿਆ ਦਾ ਦੇਸ਼ ਨਾ ਕੋਈ, ਮਰਿਆਂ ਦੀ ਨਾ ਥਾਂ। ਆਸਟ੍ਰੇਲੀਆ ਗਿਆ ਹੋਇਆ ਸੀ, ਉੱਥੋਂ ਵਾਪਸ ਆ ਗਿਆ ਨਵਰੀਤ, ਅਤੇ ਇੱਥੇ ਜਦੋਂ ਜੋ ਕੁਛ ਹੋਇਆ ਉਹ ਆਪਣੇ ਸਾਹਮਣੇ ਆ, ਅਤੇ ਪੁਲਿਸ ਉਹਨੂੰ ਓਨ ਨਹੀਂ ਕਰਦੀ। ਕਿਹਾ ਜਾ ਔਖੀ ਘੜੀ ਸੀ ਤੁਹਾਡੇ ਲਈ ਜਦੋਂ ਇਹ ਸਾਰਾ ਕੁਛ ਹੋ ਰਿਹਾ ਸੀਗਾ? ਮੇਰੇ ਖਿਆਲ ਜੀ ਕੋਈ ਸਭ ਤੋਂ ਔਖਾ ਸਮਾਂ ਹੁੰਦਾ ਹੈ ਮਾਂ ਬਾਪ ਵਾਸਤੇ, ਤੇ ਉਹ ਆਪਣੇ ਬੱਚੇ ਦੀ ਲਾਸ਼ ਦੇ ਸਾਹਮਣੇ ਖੜਾ ਹੋਣਾ ਹੁੰਦਾ। 26 ਤਰੀਕ ਨੂੰ ਜਦੋਂ ਇਹ ਹੋਇਆ, ਹਾਦਸਾ ਹੋਇਆ ਸਾਡੇ ਨਾਲ,
ਨਵਰੀਤ ਇੱਥੇ ਗਾਜ਼ੀਪੁਰ ਬਾਰਡਰ ਤੇ ਸੀ, ਮੈਂ ਸ਼ਾਹਜਹਾਨਪੁਰ ਬਾਰਡਰ ਤੇ ਰਾਜਸਥਾਨ ਵਾਲੇ ਬੰਨੇ ਸੀ। ਔਰ ਸਾਡਾ 1.5-200 ਕਿਲੋਮੀਟਰ ਦਾ ਫਾਸਲਾ ਸੀ। ਵੈਸੇ ਅਸੀਂ ਫੋਨ ਤੇ ਰੈਗੂਲਰ ਇੱਕ ਦੂਜੇ ਨਾਲ ਸੀਗੇ ਕਿ ਸਾਡੀ ਗੱਲਬਾਤ ਹੁੰਦੀ ਰਹੀ ਲਾਸਟ ਮੂਮੈਂਟ ਤੱਕ। ਪਰ 1:30 ਵਜੇ ਜਦੋਂ ਮੇਰੇ ਵੱਡੇ ਭਾਈ ਸਾਹਿਬ ਦੇ ਬੇਟੇ ਦਾ ਮੈਨੂੰ ਫੋਨ ਆਇਆ, ਕਹਿੰਦੇ ਚਾਚਾ ਜੀ ਨਵਰੀਤ ਦੇ ਗੋਲੀ ਲੱਗ ਗਈ, ਤੁਸੀਂ ਛੇਤੀ ਆ ਜਾਓ। ਮੈਂ ਕਿਹਾ ਜ਼ਿਆਦਾ ਤਾਂ ਨਹੀਂ ਲੱਗੀ? ਕਹਿੰਦੇ ਚਾਚਾ ਜੀ ਜ਼ਿਆਦਾ ਲੱਗ ਗਈ। ਜਦੋਂ ਉਹਨੇ ਕਿਹਾ ਜ਼ਿਆਦਾ ਲੱਗ ਗਈ, ਮੈਨੂੰ ਲੱਗਿਆ ਵੀ ਇਹਦੇ ਮੂੰਹੋਂ ਗੱਲ ਨਿਕਲਦੀ ਨਹੀਂ ਤੇ ਗੱਲ ਕੋਈ ਵੱਡੀ ਹੋ ਗਈ ਆ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਆਉਣਾ। ਫਿਰ ਮੈਂ ਛੋਟੇ ਪੁੱਤਰ ਨੂੰ ਦੂਜੇ ਨੂੰ ਫੋਨ ਕੀਤਾ, ਮੈਂ ਕਿਹਾ ਵੀ ਕਿੱਥੇ ਤੂੰ, ਤੇ ਵੀਰਾ ਕਿੱਥੇ? ਕਹਿੰਦਾ ਡੈਡੀ ਬਹੁਤ ਜ਼ਿਆਦਾ ਧੂੰਆਂ ਰੋਲੀ ਹੋਈ ਸੀਗੀ ਤੇ ਮੈਂ ਵੀਰੇ ਦੇ ਨਾਲ ਸੀ, ਬਸ ਉਹ ਪਤਾ ਨਹੀਂ ਉਸ ਟਾਈਮ ਮੇਰੇ ਨਾਲ ਉਹ ਨਿਖੜ ਗਿਆ। ਤੇ ਮੈਂ ਕਿਹਾ ਪਤਾ ਕਰ ਕੁਛ ਇੱਥੇ ਕੁਛ ਹੋਇਆ। ਮੈਂ ਉਹਨੂੰ ਦੁਬਾਰਾ ਫੋਨ ਕੀਤਾ ਤੇ ਉਹ ਰੋਣ ਲੱਗ ਗਿਆ ਵੀ ਡੈਡੀ ਵੀਰਾ ਨਹੀਂ ਰਿਹਾ, ਉਹ ਚੀਕਾਂ ਮਾਰੀ ਜਾਵੇ। ਮੈਂ ਕਿਹਾ ਤੂੰ ਹੌਸਲਾ ਕਰ, ਕੋਈ ਗੱਲ ਨਹੀਂ, ਮੈਂ ਆਉਣਾ। 150 ਕਿਲੋਮੀਟਰ ਦਾ ਫਾਸਲਾ ਸੀ। ਮੈਂ ਜਦੋਂ ਉੱਥੋਂ ਆਇਆ, ਮਤਲਬ ਰਾਜਸਥਾਨ ਦੇ ਬਾਰਡਰ ਤੋਂ ਤੇ ਰਵਾੜੀ ਬਾਰਡਰ ਤੋਂ ਮੈਂ ਚੱਲ ਕੇ, ਤੇ ਲਗਭਗ 7:30 ਵਜੇ ਮੈਂ ਗਾਜ਼ੀਪੁਰ ਬਾਰਡਰ ਤੇ ਆਇਆ। ਮੇਰੇ ਆਉਂਦਿਆਂ ਨੂੰ ਲਾਸ਼ ਪਈ ਸੀ ਮੇਰੇ ਪੋਤੇ ਦੀ ਸਟੇਜ ਦੇ ਅੱਗੇ, ਤੇ ਮੈਂ ਉਸ ਨੂੰ ਦੇਖਿਆ। ਕੁਛ ਨਹੀਂ ਸੀਗਾ, ਮਤਲਬ ਕਹਿਣ ਨੂੰ ਕੁਛ ਨਹੀਂ ਸੀ, ਬਰਦਾਸ਼ਤ ਕਰਨ ਦਾ ਵੀ ਕੋਈ ਐਡਾ, ਕਿਉਂਕਿ ਕਿੰਨਾ ਕੁ ਵੱਡਾ ਕੋਈ ਹੌਸਲਾ ਕਰ ਲੂਗਾ। ਪਰ ਮੈਂ ਇਸ ਕਰਕੇ ਉਸ ਸਮੇਂ ਦੇ ਵਿੱਚ ਆਪਣੇ ਆਪ ਨੂੰ ਜ਼ਬਤ ਵਿੱਚ ਰੱਖ ਸਕਿਆ, ਕਿਉਂਕਿ ਮੈਂ ਹਮੇਸ਼ਾ ਪਿਛਲੇ 40 ਸਾਲ ਤੋਂ ਪੰਜਾਬ ਦੀ ਮੂਵਮੈਂਟ ਨਾਲ ਹਾਂ। ਔਰ ਮੂਵਮੈਂਟ ਵਿੱਚ ਪਤਾ ਨਹੀਂ ਕਿੰਨੇ ਨੌਜਵਾਨ ਮੇਰੇ ਕੋਲੋਂ ਗਏ, ਸ਼ਹੀਦ ਹੋਏ। ਨਵਰੀਤ ਦੀ ਉਮਰ ਤੋਂ ਵੀ ਛੋਟੇ ਬੱਚੇ, ਮੁੱਛ ਫੁੱਟ ਜਵਾਕ, ਕਿੰਨਿਆਂ ਦੇ ਭੋਗਾਂ 'ਤੇ ਅਸੀਂ ਗਏ, ਕਿੰਨਿਆਂ ਦੀਆਂ ਬਰਸੀਆਂ ਅਸੀਂ ਮਨਾਈਆਂ। ਔਰ ਮੈਨੂੰ ਹਮੇਸ਼ਾ ਲੱਗਦਾ ਸੀ ਮੈਂ ਕਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਆਪਣੇ ਮੋਢਿਆਂ 'ਤੇ ਚੁੱਕੀ ਫਿਰਦਾ। ਅਤੇ ਜਦੋਂ ਮੈਂ ਨਵਰੀਤ ਦੇ ਸਰਾਣੇ ਖੜ੍ਹਾ ਸੀ, ਅਤੇ ਉਦੋਂ ਮੈਨੂੰ ਐਂ ਲੱਗਦਾ ਸੀ ਵੀ ਉਹ ਲਾਈਨ ਜਿਹੜੀ ਆ ਅੱਜ ਇੱਕ ਹੋਰ ਲੰਬੀ ਹੋ ਗਈ, ਇੱਕ ਹੋਰ ਲਾਸ਼ ਮੇਰੇ ਮੋਢਿਆਂ ਦੇ ਉੱਤੇ ਆ ਗਈ। ਪਰ ਜਦੋਂ ਬੰਦਾ ਆਪਣੇ ਇਤਿਹਾਸ ਨਾਲ ਖੜ੍ਹਾ ਹੁੰਦਾ ਨਾ, ਫਿਰ ਉਹ ਆਪਣੇ ਆਪ ਨੂੰ ਉਸ ਤਰੀਕੇ ਨਾਲ ਖੜ੍ਹਾ ਕਰ ਲੈਂਦਾ ਜਿਵੇਂ ਆਮ ਆਦਮੀ ਤੋਂ ਨਹੀਂ ਖੜ੍ਹਾ ਕੀਤਾ ਜਾਂਦਾ। ਔਰ ਦੂਜੀ ਗੱਲ ਇਹ ਸੀ ਕਿ ਮੈਨੂੰ ਇਹ ਸੀਗਾ ਵੀ ਜਿਵੇਂ ਅਸੀਂ ਆਪਣੇ ਪੁਰਖਿਆਂ ਦਾ ਇਤਿਹਾਸ ਪੜ੍ਹਦੇ ਹਾਂ, ਸਾਡਾ ਵੀ ਇਤਿਹਾਸ ਕਿਸੇ ਨੇ ਪੜ੍ਹਨਾ ਹੈ। ਇਹ ਪਲ ਭਾਵੇਂ ਮੇਰੇ ਲਈ ਕਿੰਨੇ ਭਾਰੀ ਆ, ਪਰ ਇਹ ਜੇ ਮੈਂ ਕਮਜ਼ੋਰ ਹੋਣਾ ਤਾਂ ਅੰਦੋਲਨ 'ਤੇ ਅਸਰ ਪਏਗਾ, ਬੱਚਿਆਂ ਦੇ ਮਨਾਂ 'ਤੇ ਅਸਰ। ਕਿਉਂਕਿ ਸਾਹਮਣੇ ਵੇਖ ਰਿਹਾ ਸੀ ਮੈਂ, ਕਿਹਾ ਜਿਹੜੇ ਨੌਜਵਾਨ ਬੈਠੇ ਸੀ ਬਹੁਤ ਜ਼ਿਆਦਾ, ਜਿਵੇਂ ਪਤਾ ਨਹੀਂ ਕਿੰਨਾ ਕੁ ਰੋਏ ਸੀਗੇ, ਕਿੰਨੀ ਕੁ ਨਿਰਾਸ਼ਾ ਸੀ ਉਹਨਾਂ 'ਚ। ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕੁਛ ਕਹੋ ਬੱਚਿਆਂ ਨੂੰ। ਫਿਰ ਮੈਂ ਕਿਹਾ ਬੱਚਿਆਂ ਨੂੰ, ਮੈਂ ਕਿਹਾ ਕੋਈ ਗੱਲ ਨਹੀਂ, ਸ਼ਹਾਦਤਾਂ ਨਾਲ ਹੀ ਜੰਗ ਜਿੱਤੀਆਂ ਜਾਂਦੀਆਂ, ਅਤੇ ਆਪਾਂ ਇਹ ਜੰਗ ਜਿੱਤਣੀ ਹੈ। ਨਵਰੀਤ ਦੀ ਸ਼ਹਾਦਤ ਨੂੰ ਆਪਾਂ ਐਵੇਂ ਅਣਜਾਈ ਨਹੀਂ ਜਾਣ ਦੇਣਾ, ਕਿਉਂਕਿ ਸਾਡਾ ਵੈਸੇ ਪਰਿਵਾਰਿਕ ਪਿਛੋਕੜ ਵੀ ਇਹੀ ਹੈ ਕਿ ਅਸੀਂ ਅਕਾਲੀ ਪਰਿਵਾਰ, ਜਿਹੜਾ 1920 ਤੋਂ ਬਾਅਦ ਤਾਂ ਅਸੀਂ ਅਕਾਲੀ ਪਰਿਵਾਰ ਬਣਿਆ, ਪਰ 1920 ਦੀ ਜਿਹੜੀ ਮੂਵਮੈਂਟ ਆ, ਜਿਹਦੀ ਅਸੀਂ ਹੁਣ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਨਨਕਾਣਾ ਸਾਹਿਬ ਸਾਕੇ ਦੀ, ਉਸ ਸਾਕੇ ਦਾ ਜਿਹੜਾ ਸ਼ਹੀਦ ਹੈ ਲਛਮਣ ਸਿੰਘ ਧਾਰੋਵਾਲ, ਉਹ ਮੇਰੇ ਬਾਪੂ ਜੀ ਦਾ ਫੁੱਫੜ ਸੀ। ਅਤੇ ਉਸ ਮੋਰਚੇ ਦੇ ਵਿੱਚ ਮੇਰੇ ਦਾਦਾ ਜੀ ਵੀ ਸੀ ਨਾਲ ਉਹਨਾਂ ਦੇ। ਇਹ 5ਵੀਂ ਪੀੜ੍ਹੀ 'ਚ ਫਿਰ ਸ਼ਹਾਦਤ ਇੱਕ ਸਾਡੀ ਉਸੇ ਤਰ੍ਹਾਂ ਦੀ ਸ਼ਹਾਦਤ ਮੈਂ ਵੇਖ ਰਿਹਾ ਸੀ ਵੀ ਜਿਵੇਂ 5 ਪੀੜ੍ਹੀਆਂ ਪਹਿਲਾਂ ਇੱਕ ਸ਼ਹਾਦਤ ਸੀਗੀ ਨਨਕਾਣੇ ਸਾਹਿਬ ਦੇ ਸਾਕੇ ਦੀ, ਅਤੇ ਉਹੀ ਤਰੀਕਾਂ ਫਿਰ ਨਨਕਾਣੇ ਸਾਹਿਬ ਦੇ ਸਾਕੇ ਦੀਆਂ, ਅਤੇ ਉਸੇ ਤਰ੍ਹਾਂ ਦਾ ਫਿਰ ਇੱਕ ਮੋਰਚਾ, ਅਤੇ ਉਸ ਮੋਰਚੇ ਵਿੱਚ ਫਿਰ ਇੱਕ ਸ਼ਹਾਦਤ ਸਾਡੇ ਪਰਿਵਾਰ ਦੇ ਵਿੱਚ ਹਿੱਸੇ ਆਈ ਹੈ। ਸੋ ਇਸ ਤਰ੍ਹਾਂ ਜੋ ਵੀ ਸੀਗਾ ਉਸ ਵੇਲੇ ਸਭ ਕੁਛ ਜਿਹੜਾ ਲੀਡਰਸ਼ਿਪ ਸੀ ਨਾ, ਅਸਲ ਪ੍ਰੋਬਲਮ ਇਹ ਹੋਈ ਵੀ ਮੋਰਚੇ ਦੇ ਜਿਸ ਤਰ੍ਹਾਂ ਨਾਲ ਲੜਾਈ ਲੜੀ ਜਾਣੀ ਚਾਹੀਦੀ ਸੀ, ਲੀਡਰਸ਼ਿਪ ਨੇ ਥੋੜ੍ਹੀ ਜਿਹੀ ਉੱਥੇ ਉਹਨਾਂ ਨੂੰ ਕਮਜ਼ੋਰੀ ਕਹਿ ਲਓ, ਜੋ ਮਰਜ਼ੀ ਆਪਾਂ ਹੁਣ ਉਹਨਾਂ ਨੂੰ ਕਹੀਏ, ਉਹ ਉਹਨਾਂ 'ਚ ਸੀਗੀ ਉਦੋਂ। ਮਤਲਬ ਜਿਸ ਤਰ੍ਹਾਂ ਨਾਲ ਉਸ ਨੂੰ ਔਖੇ ਸਮੇਂ 'ਤੇ ਮਜ਼ਬੂਤ ਲੀਡਰਸ਼ਿਪ ਨੂੰ ਹੋਣਾ ਚਾਹੀਦਾ ਸੀ, ਉਦੋਂ ਉਹਨਾਂ ਦੇ ਵਿੱਚ ਉਹ ਮਜ਼ਬੂਤੀ ਹੈ ਨਹੀਂ ਸੀ। ਜਦੋਂ ਮੈਂ ਮੋਰਚੇ ਦੀ ਸਟੇਜ 'ਤੇ ਗਿਆ, ਉੱਥੇ ਉੱਤਰਾਖੰਡ ਦਾ ਪ੍ਰਧਾਨ ਸੀਗਾ ਤਜਿੰਦਰ ਵਿਰਕ, ਮੈਨੂੰ ਕਹਿੰਦਾ ਵੀ ਕੀ ਕਰਨਾ ਹੈ ਹੁਣ ਬਾਪੂ ਜੀ। ਮੈਂ ਕਿਹਾ ਵੀ ਸਾਡੇ ਵੱਲੋਂ ਜੋ ਕਰਨਾ ਸੀ ਅਸੀਂ ਕਰਤਾ, ਸਾਡੇ ਵੱਲੋਂ ਇਹ ਬੱਚੇ ਦੀ ਸ਼ਹਾਦਤ ਜਿਹੜੀ ਹੋ ਗਈ, ਹੁਣ ਇਹ ਸਾਡੀ ਨਹੀਂ ਪ੍ਰੋਪਰਟੀ, ਇਹ ਅੰਦੋਲਨ ਦੀ ਪ੍ਰੋਪਰਟੀ ਆ, ਤੁਸੀਂ ਤੈਅ ਕਰੋ ਕੀ ਕਰਨਾ, ਅਸੀਂ ਤੁਹਾਡੇ ਨਾਲ। ਅਸੀਂ ਕੋਈ ਕਲੇਮ ਨਹੀਂ ਹੈਗਾ ਸਾਡਾ, ਤੁਸੀਂ ਇਹ ਸ਼ਹੀਦ ਹੁਣ ਤੁਹਾਡਾ ਹੈ, ਤੁਸੀਂ ਇਸ ਨਾਲ ਜੋ ਵੀ ਤੁਹਾਡੀ ਇੱਛਾ ਹੈ, ਜੋ ਵੀ ਤੁਹਾਡਾ ਪ੍ਰੋਗਰਾਮ ਤੁਸੀਂ ਕਰੋ।
ਪਰ ਉਹ ਇਸ ਕੈਪੈਸਿਟੀ 'ਚ ਨਹੀਂ ਸੀਗਾ ਵੀ ਉਹ ਐਡੇ ਵੱਡੇ ਹਾਦਸੇ ਤੋਂ ਬਾਅਦ ਉਹ ਆਪ ਹੀ ਇੰਨਾ ਜ਼ਿਆਦਾ ਹੋਇਆ ਸੀ ਪਜ਼ਲ। ਉਹ ਇੱਕੋ ਗੱਲ ਕਹੀ ਜਾਂਦਾ ਸੀ, ਨਹੀਂ ਜੀ ਤੁਸੀਂ ਪਰਿਵਾਰ ਵਾਲੇ ਜੋ ਤੁਸੀਂ ਕਹੋ ਸੀ ਤੇ ਮੈਨੂੰ ਲੱਗਿਆ ਵੀ ਠੀਕ ਹੈ ਚਲੋ ਹੁਣ ਕੋਈ ਹੈ ਹੀ ਨਹੀਂ। ਜਦੋਂ ਫਿਰ ਅਸੀਂ ਬੱਚੇ ਨੂੰ ਲੈ ਗਏ ਰਾਮਪੁਰ, ਫਿਰ ਉੱਥੇ ਪੋਸਟਮਾਰਟਮ ਕਰਵਾਇਆ ਰਾਤ ਦੇ 2 ਵਜੇ। 3 ਵਜੇ ਅਸੀਂ ਘਰੇ ਪਹੁੰਚ ਗਏ ਰਾਤ ਉਸ ਦਿਨ। ਅਗਲੇ ਦਿਨ ਅਸੀਂ ਸੰਸਕਾਰ ਕਰਤਾ। ਪੁਲਿਸ ਨੇ ਜਿਹੜਾ ਕਲੇਮ ਕੀਤਾ ਕਿ ਜੀ ਗੋਲੀ ਨਹੀਂ ਲੱਗੀ, ਇਹ ਤਾਂ ਟਰੈਕਟਰ ਐਕਸੀਡੈਂਟ ਆਗਾ, ਇਹ ਤਾਂ ਜਾਣਬੁੱਝ ਕੇ ਕਿਹਾ ਜਾ ਰਿਹਾ ਸਾਡੇ ਬਾਰੇ, ਪੁਲਿਸ 'ਤੇ ਇਲਜ਼ਾਮ ਲਾਏ ਜਾ ਰਹੇ ਹੈਗੇ। ਤੁਸੀਂ ਪੋਸਟਮਾਰਟਮ ਰਿਪੋਰਟ ਵੀ ਕਰਾਈ, ਉਸ ਤੋਂ ਬਾਅਦ ਇੱਕ ਵੱਡੇ ਮੈਗਜ਼ੀਨ ਕੈਰਵਾਨ ਨੇ ਉਹਨੂੰ ਅੱਗੇ ਇਨਵੈਸਟੀਗੇਟ ਵੀ ਕੀਤਾ ਗਾ, ਕੀ ਕਹਿਣਾ ਤੁਹਾਡਾ? ਦੇਖੋ ਇਨਵੈਸਟੀਗੇਸ਼ਨ ਤੋਂ ਪਹਿਲਾਂ ਹੀ ਮੈਂ ਬਿਲਕੁਲ ਕਲੀਅਰ ਸੀਗਾ, ਕਿਉਂਕਿ ਜੋ ਕੁਝ ਸਾਹਮਣੇ ਨਜ਼ਰ ਆ ਰਿਹਾ ਸੀ, ਗੋਲੀ ਲੱਗੀ ਨਜ਼ਰ ਆ ਰਹੀ ਸੀ, ਪਿੱਛੋਂ ਬ੍ਰੇਨ ਦੇ ਵਿੱਚੋਂ ਜਿਹੜਾ ਸੀ ਉਹ ਸਾਰਾ ਸਿਰ ਨਿਕਲ ਕੇ ਬਾਹਰ ਆਇਆ ਹੋਇਆ ਸੀਗਾ। ਤੇ ਇਹ ਤਾਂ ਸਾਫ਼ ਜ਼ਾਹਰ ਸੀਗਾ ਵੀ ਇਹ ਕੋਈ ਜਿਹੜਾ ਅਥਰੂ ਗੈਸ ਦੇ ਗੋਲੇ ਨਾਲ ਥੋੜ੍ਹੀ ਕੋਈ ਚੀਜ਼ ਅੰਦਰ ਜਾਂਦੀ ਹੈ ਤੇ ਬਾਹਰ ਨਿਕਲਦੀ ਹੈ। ਪਰ ਉਹ ਉਹਨਾਂ ਦੀ ਕੋਸ਼ਿਸ਼ ਇਹੀ ਸੀ ਕਿ ਇਸ ਨੂੰ ਟਰੈਕਟਰ ਐਕਸੀਡੈਂਟ ਬਣਾਇਆ ਜਾਵੇ। ਇੱਕੋ ਹੀ ਜਿਹੜੀ CCTV ਫੁਟੇਜ ਜਿਹੜੀ ਉਹ ਦਿਖਾਈ ਜਾ ਰਹੀ ਹੈ ਵੀ ਟਰੈਕਟਰ ਬਹੁਤ ਤੇਜ਼ੀ ਨਾਲ ਆਉਂਦਾ ਹੈ ਔਰ ਪਲਟਦਾ ਹੈ। ਉੱਥੇ ਬਹੁਤ ਸਾਰੇ CCTV ਕੈਮਰੇ ਸੀਗੇ। ਉਸ ਤੋਂ ਪਹਿਲਾਂ ਦੀ ਵੀ ਕੋਈ ਮੂਵਮੈਂਟ ਸੀਗੀ ਨਾ, ਵੀ ਉਸ ਤੋਂ ਪਹਿਲਾਂ ਅਥਰੂ ਗੈਸ ਚੱਲੀ ਆ, ਉੱਥੇ ਲਾਠੀ ਚਾਰਜ ਹੋਇਆ ਹੈ, ਗੋਲੀ ਚੱਲੀ ਹੈ। ਉਹ CCTV ਜੇ ਤੇ ਗੋਲੀ ਉਹਨਾਂ ਨੇ ਨਾ ਚਲਾਈ ਹੁੰਦੀ ਫਿਰ ਉਹ ਸਭ ਕੁਝ ਵਿਖਾਉਂਦੇ ਪਹਿਲੇ ਜਿਹੜੀਆਂ ਚੀਜ਼ਾਂ ਸੀ, ਕਿਉਂਕਿ ਉਹਨੇ ਗੋਲੀ ਚਲਾਈ ਹੈ ਉਸ ਨੂੰ ਲੁਕਾਉਣ ਵਾਸਤੇ ਉਹ ਪਿਛਲੀ ਸਾਰੀ ਕਾਰਵਾਈ ਲੁਕਾਉਂਦੇ। CCTV ਫੁਟੇਜ ਸਾਰੇ ਲੁਕੋ ਲਏ ਉਹਨਾਂ ਨੇ, ਸਾਨੂੰ ਮੰਗਣ 'ਤੇ ਵੀ ਨਹੀਂ ਦਿੱਤੇ ਗਏ। ਹੁਣ ਇਹ ਕੋਰਟ ਨੇ ਉਹਨਾਂ ਤੋਂ ਮੰਗਿਆ ਵੀ ਉਸ ਏਰੀਏ ਦੇ ਜਿੰਨੇ CCTV ਫੁਟੇਜ ਨੇ ਉਹ ਉੱਥੇ ਪ੍ਰੋਵਾਈਡ ਕਰਾਓ ਕੋਰਟ ਦੇ ਵਿੱਚ। ਪੁਲਿਸ ਤੋਂ ਉਹਨਾਂ ਨੇ ਕਿਹਾ ਵੀ ਜਿਹੜੀ ਪਹਿਲੀ ਬਣਦੀ ਕਾਰਵਾਈ ਉਹ 174 ਦਫਾ ਦੇ ਵਿੱਚ ਹੁੰਦੀ ਹੈ, ਜਿਸ ਦੇ ਵਿੱਚ ਪੋਸਟਮਾਰਟਮ ਵੀ ਹੁੰਦਾ, ਫਸਟ ਏਡ ਵੀ ਹੁੰਦੀ ਹੈ ਔਰ ਡੈਥ ਡਿਕਲੇਅਰ ਹੋਈ ਔਰ ਉਸ ਤੋਂ ਬਾਅਦ ਜਿਹੜੀਆਂ ਫਾਰਮੈਲਿਟੀਆਂ ਹੁੰਦੀਆਂ ਉਹ ਕੋਈ ਵੀ ਨਹੀਂ ਕੀਤੀ ਉਹਨਾਂ ਨੇ। ਔਰ ਸਿੱਧਾ ਕਮਿਸ਼ਨਰ ਨੇ ਆਣ ਕੇ ਕਹਿ ਲੈਣਾ ਕਿ ਇਹ ਟਰੈਕਟਰ ਪਲਟਣ ਨਾਲ ਮੌਤ ਹੋਈ ਹੈ। ਸਿੱਧਾ ਮਤਲਬ ਇੱਕ ਬਲਫ ਹੈ ਜਿਹੜਾ ਕਮਿਸ਼ਨਰ ਨੇ ਉਦੋਂ ਕੀਤਾ। ਕਿਉਂਕਿ ਜੇ ਉਹ ਟਰੈਕਟਰ ਪਲਟਣ ਨਾਲ ਹੋਈ ਆ, ਚਲੋ ਮੈਂ ਵੀ ਉਹਨਾਂ ਨੂੰ ਫਿਰ ਪੁਲਿਸ ਵਾਲਿਆਂ ਨੂੰ ਪੁੱਛਿਆ ਸੀ ਉਦੋਂ ਹੀ ਜਦੋਂ ਜਾਣ ਤੋਂ ਪਹਿਲਾਂ, ਮੈਂ ਕਿ ਤੁਹਾਡੀ ਹੀ ਕਹਾਣੀ ਮੰਨ ਲੈਂਦੇ ਹਾਂ ਪੁਲਿਸ ਵੀ ਇਹ ਟਰੈਕਟਰ ਪਲਟਣ ਨਾਲ ਹੋਈ ਹੈ ਤੇ ਕੀ ਟਰੈਕਟਰ ਪਲਟਣ ਤੋਂ ਬਾਅਦ ਉਹ ਇਹ ਤਾਂ ਹੈ ਨਹੀਂ ਵੀ ਇੱਕਦਮ ਹੀ ਖਤਮ ਹੋ ਗਿਆ ਹੋਊਗਾ। ਕੋਈ ਉਹਨੂੰ ਫਸਟ ਏਡ ਦਿੱਤੀ, ਕਿਸੇ ਡਾਕਟਰ ਕੋਲ ਲੈ ਕੇ ਗਏ, ਕਿਸ ਡਾਕਟਰ ਨੇ ਉਹਨੂੰ ਡੈਡ ਡਿਕਲੇਅਰ ਕੀਤਾ ਹੈ, ਉਸ ਤੋਂ ਬਾਅਦ ਕਿਹੜੀ ਕਾਰਵਾਈ ਹੋਈ ਤੁਹਾਡੇ ਕੋਲ ਕੋਈ ਹੈ? ਤੇ ਉਹਨਾਂ ਕੋਲ ਕੋਈ ਨਹੀਂ ਸੀਗਾ। ਹੁਣ ਸਾਡੇ ਵਕੀਲ ਨੇ ਵੀ ਇਹੀ ਪੁਆਇੰਟ ਉਠਾਇਆ ਹੈ ਕਿ ਜਿਵੇਂ ਜਿਹੜੀ ਕਹਾਣੀ ਤੁਸੀਂ ਕਹਿੰਦੇ ਆ ਜੀ ਉਵੇਂ ਸੀ ਤੇ ਫਿਰ ਵੀ ਤੇ 174 ਦੀ ਕਾਰਵਾਈ ਹੋਣੀ ਚਾਹੀਦੀ ਸੀ ਨਾ, ਜਿਹੜੀ ਤੁਸੀਂ ਨਹੀਂ ਕੀਤੀ, ਉਹਦੀ ਵਜ੍ਹਾ ਦੱਸੋ। ਤੇ ਇਹ ਜਿਹੜਾ ਤੁਸੀਂ ਕਹਿੰਦੇ ਆ ਵੀ ਇਹ ਹੈਗਾ ਟਰੈਕਟਰ ਐਕਸੀਡੈਂਟ ਹੈਗਾ, ਤੇ ਜਿਹੜੀ ਰਿਪੋਰਟ ਹੈ, ਜਿਹੜੀ ਪੋਸਟਮਾਰਟਮ ਰਿਪੋਰਟ ਆ, ਉਹ ਕਲੀਅਰ ਕਰਦੀ ਹੈ ਕਿ ਇੱਥੇ ਐਂਟਰੀ ਪੁਆਇੰਟ ਆ, ਇੱਥੇ ਐਗਜ਼ਿਟ ਪੁਆਇੰਟ ਆ ਤੇ ਬ੍ਰੇਨ ਮੈਟਰ ਇਜ਼ ਆਊਟ, ਇਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ। ਤੇ ਉਹ ਕਦੇ ਨਾ ਹੋਇਆ ਫਿਰ, ਉਹ ਤਾਂ ਚੀਜ਼ਾਂ ਸਾਰੀਆਂ ਕਲੀਅਰ ਹੈ। ਉਸ ਤੋਂ ਬਾਅਦ ਜਿਹੜੇ ਆਪਣੇ ਇੰਗਲੈਂਡ ਦੇ ਡਾਕਟਰ ਵਾਸਲ ਪੁਰਦੋ ਦਾ ਜਿਹੜਾ ਹੈਗਾ ਉਹਦਾ ਵਰਜ਼ਨ ਹੈ ਜਿਹੜਾ ਹੈਗਾ ਫੋਰੈਂਸਿਕ ਸਪੈਸ਼ਲਿਸਟ ਹੈ ਜਿਹੜਾ, ਤੇ ਉਹ ਬਿਲਕੁਲ ਉਹ ਕਹਿੰਦਾ ਇੱਕ ਨਹੀਂ 2 ਗੋਲੀਆਂ ਹਨ, ਇੱਕ ਗੋਲੀ ਨਹੀਂ 2 ਗੋਲੀਆਂ ਹੋ ਸਕਦੀਆਂ ਨੇ। ਤੇ ਉਸ ਤੋਂ ਬਾਅਦ ਕੁਛ ਇਹਨਾਂ ਦੇ ਤੇਵਰ ਢਿੱਲੇ ਹੋਏ, ਜਿਵੇਂ ਪਹਿਲਾਂ ਕੈਰਵਨ ਮੈਗਜ਼ੀਨ ਦੇ ਜਾਂ ਉਹ ਦੂਸਰੇ ਸੀਗੇ ਜਿਹੜੇ ਜਿੰਨੇ ਵੀ, ਹਾਂ ਉਹ ਸਾਰਿਆਂ ਨੇ ਜਿਨ੍ਹਾਂ ਨੇ ਵੀ ਸਹੀ ਗੱਲ ਕੀਤੀ ਉਹਨਾਂ ਸਾਰਿਆਂ 'ਤੇ ਕੇਸ ਦਰਜ ਕਰ ਲਏ ਇਹਨਾਂ ਨੇ ਔਰ ਉਹਨਾਂ ਨੂੰ ਥ੍ਰੈਟ ਕੀਤੇ ਗਏ। ਪਰ ਜਦੋਂ ਇਹ ਆ ਗਈ ਇੰਗਲੈਂਡ ਵਾਲੇ ਡਾਕਟਰ ਦੀ ਰਿਪੋਰਟ ਆ ਗਈ, ਉਹਦੇ 'ਚ ਕਾਰਵਾਈ 'ਚ ਲੱਗ ਗਈ, ਉਦੋਂ ਬਾਅਦ ਇਹਨਾਂ ਸਾਰਿਆਂ ਨੇ ਫਿਰ ਸਾਰਿਆਂ ਦੇ ਕੇਸ ਵਾਪਸ ਲੈ ਲਏ, ਵਿਡਰੋ ਕਰ ਗਏ। ਇਹਨਾਂ ਨੂੰ ਪਤਾ ਲੱਗ ਗਿਆ ਵੀ ਕਹਾਣੀ ਤਾਂ ਹੁਣ ਬਈ ਬਹੁਤ ਦੂਰ ਤੱਕ ਚਲੀ ਗਈ ਹੈ। ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਬਹੁਤ ਸਾਰੇ ਅਪਰੋਚ ਸੀਗੀਆਂ ਵੀ ਪੰਜਾਬ ਤੋਂ ਵੀ, ਇੱਥੇ ਹਾਈ ਕੋਰਟ ਦੇ ਜਿਹੜੇ ਮੈਨੂੰ ਬਹੁਤ ਸਾਰੇ ਲਾਇਰ ਜਾਣਦੇ ਆ, ਜਿਵੇਂ ਆਪਣੇ ਨਵਕਿਰਨ ਹੋਣੀ ਹੈ, ਇਹਨਾਂ ਦਾ ਪੈਨਲ ਸੀ, ਜਸਵਿੰਦਰ ਹੈ ਅੰਮ੍ਰਿਤਸਰ ਤੋਂ, ਉਹਨਾਂ ਦਾ ਪੈਨਲ ਸੀਗਾ, ਜਾਂ ਹੋਰ ਸੀਗੇ ਸਾਡੇ ਜਾਣਨ ਵਾਲੇ। ਤੇ ਉਹ ਚਾਹੁੰਦੇ ਸੀ ਵੀ ਅਸੀਂ ਇਹ ਕੇਸ ਲੜੀਏ। ਸਭ ਤੋਂ ਪਹਿਲਾਂ ਮੈਨੂੰ ਪਟਿਆਲੇ ਤੋਂ ਆਪਣਾ ਮੈਂਬਰ ਪਾਰਲੀਮੈਂਟ ਰਹੇ ਆ ਜਿਹੜੇ ਅਤਿੰਦਰਪਾਲ, ਉਹਨਾਂ ਨੇ ਕਿਹਾ ਵੀ ਵੀਰ ਜੀ ਇਹ ਕੇਸ ਮੈਂ ਲੜਨਾ ਹੈ, ਤੁਸੀਂ ਮੈਨੂੰ ਦਿਓ ਆਪਣੇ ਪੋਸਟਮਾਰਟਮ ਰਿਪੋਰਟ। ਮੈਂ ਕਿਹਾ ਵੀ ਠੀਕ ਹੈ, ਕੋਈ ਵੀ ਲੜੋ, ਜੇ ਤੁਸੀਂ ਸਾਡੇ ਨਾਲ ਖੜ੍ਹਦੇ ਹੁੰਦੇ ਸੀ ਇਹ ਥੋੜ੍ਹੀ ਕਹਿ ਸਕਦੇ ਵੀ ਅਸੀਂ ਨਹੀਂ ਤੁਹਾਡੇ ਨਾਲ ਖੜ੍ਹਨਾ। ਪਰ ਸਾਡਾ ਮਨ ਇਹ ਸੀਗਾ ਵੀ ਕੋਈ ਇਹੋ ਜਿਹਾ ਪੈਨਲ ਸਾਨੂੰ ਮਿਲੇ
ਜਿੱਤੇ ਮਤਲਬ ਅਸੀਂ ਯਕੀਨ ਕਰ ਸਕੀਏ ਕਿ ਇਹ ਇੱਕ ਛੋਟੀ ਘਟਨਾ ਨਹੀਂ ਹੈਗੀ ਵੀ ਅਸੀਂ ਇਸ ਨੂੰ ਐਵੇਂ ਨਹੀਂ ਸੀ ਕਰਨਾ ਚਾਹੁੰਦੇ। ਫਿਰ ਮੇਰੇ ਨਾਲ ਸੰਬੰਧ ਹੈਗੇ ਸੀਗੇ ਪ੍ਰਸ਼ਾਂਤ ਭੂਸ਼ਣ ਜੀ ਦੇ, ਪਹਿਲਾਂ ਤੋਂ ਸਾਡੀ ਸੀਗੀ, ਪਹਿਲਾਂ ਵੀ ਪਟੀਸ਼ਨ ਉਹਨਾਂ ਮੇਰੀ ਕੀਤੀ। ਫਿਰ ਮੈਨੂੰ ਉਹਨਾਂ ਦਾ ਫੋਨ ਆ ਗਿਆ ਵੀ ਹਰਦੀਪ ਜੀ ਇਹ ਕੇਸ 'ਚ ਅਸੀਂ ਲੜਨਾ ਚਾਹੁੰਦੇ, ਸਾਡਾ ਪੈਨਲ ਲੜਨਾ ਚਾਹੁੰਦਾ, ਜੇ ਤੁਸੀਂ ਕਹੋ ਤਾਂ ਅਸੀਂ ਲੜੀਏ। ਮੈਂ ਕਿਹਾ ਵੀ ਮੈਨੂੰ ਇਸ ਤੋਂ ਵਧੀਆ ਕੋਈ ਨਹੀਂ ਹੈਗਾ ਵੀ ਜੇ ਤੁਸੀਂ ਸਾਡਾ ਕੇਸ ਲੜੋ ਤਾਂ, ਪਰ ਫਿਰ ਵੀ ਮੈਂ ਕਿਹਾ ਵੀ ਮੈਂ ਇਕੱਲਾ ਨਹੀਂ ਹੈਗਾ। ਹੁਣ ਮੈਂ ਆਪਣੇ ਨਾਲ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ, ਖਹਿਰਾ ਸਾਹਿਬ ਨੇ ਜਿਵੇਂ ਸਾਡੀ ਹੈਲਪ ਕੀਤੀ ਸ਼ੁਰੂ ਤੋਂ, ਡੇ 1 ਤੋਂ ਸਾਡੇ ਨਾਲ ਖੜ੍ਹੇ ਹੋਏ ਔਰ ਅੱਜ ਤਾਈਂ ਖੜ੍ਹੇ ਨੇ। ਮੈਂ ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਆਹ ਆਪਣੇ ਕੋਲ ਪੈਨਲਿਸਟ ਨੇ ਅਤੇ ਉਹਨਾਂ ਵਿੱਚ ਆ ਮੇਰੇ ਮਤਲਬ ਵੀ ਮੇਰੇ ਲਈ ਤਾਂ ਪ੍ਰਸ਼ਾਂਤ ਭੂਸ਼ਣ ਇੱਕ ਬਹੁਤ ਵੱਡਾ ਨਾਂ ਹੈ, ਅਤੇ ਤੁਸੀਂ ਦੱਸੋ ਆਪਾਂ ਕੀ ਕਰਨਾ। ਉਹਨਾਂ ਨੇ ਵੀ ਕਿਹਾ ਠੀਕ ਹੈ ਆਪਾਂ ਪ੍ਰਸ਼ਾਂਤ ਭੂਸ਼ਣ ਨਾਲ ਜਾਵਾਂਗੇ। ਫਿਰ ਅਸੀਂ ਪ੍ਰਸ਼ਾਂਤ ਭੂਸ਼ਣ ਨੂੰ ਯੈਸ ਕੀਤਾ। ਜਿਹੜੇ ਹੈਗੇ ਆਪਣੇ ਵਰਿੰਦਾ ਗਰੋਵਰ ਹੈ, ਉਹਦੇ ਬਾਰੇ ਮੈਂ ਪਹਿਲਾਂ ਵੀ ਜਾਣਦਾ ਸੀ, ਐਕਟਿਵਿਸਟ ਵੀ ਆ, ਲਾਇਰ ਵੀ ਆ, ਅਤੇ ਬੜੀ ਰੈਪਿਊਟਡ ਲੇਡੀ ਹੈ। ਅਤੇ ਉਹਦੇ ਬਾਰੇ ਜੇ ਕਿਸੇ ਹੋਰ ਨਾਲ ਵੀ ਮੈਂ ਗੱਲ ਕੀਤੀ ਤਾਂ ਕਿਸੇ ਨੇ ਉੱਤੇ ਸਵਾਲ ਨਹੀਂ ਚੁੱਕਿਆ ਅੱਜ ਤਾਈਂ, ਵੀ ਹਰ ਕਿਸੇ ਨੇ ਕਿਹਾ ਵੀ ਨਹੀਂ ਤੁਸੀਂ ਸਹੀ ਜਗ੍ਹਾ 'ਤੇ ਗਏ। ਅੱਛਾ, ਉਦਣ ਜਿੱਦਣ ਜਦੋਂ ਇਹ ਘਟਨਾ ਵਾਪਰ ਗਈ, ਉਹ ਤੋਂ ਬਾਅਦ ਫਿਰ ਕੌਣ ਨਵਰੀਤ ਨੂੰ ਉੱਥੋਂ ਲੈ ਕੇ ਗਿਆ ਟਰੈਕਟਰ ਕੋਲੋਂ? ਕੀ ਮਤਲਬ ਉਦਣ ਕੀ ਹੋਇਆ ਸੀ? ਪੁਲਿਸ ਸੀ ਜਾਂ ਜਥੇਬੰਦੀਆਂ ਸੀ, ਕੌਣ ਸੀ ਉੱਥੇ? ਜਿਹੜੇ ਬੱਚੇ ਸੀ ਨਾ, ਉਹਨਾਂ ਨੇ ਪਹਿਲਾਂ ਤਾਂ ਜੇ ਬੱਚੇ ਉੱਥੇ ਹਿੰਮਤ ਨਾ ਕਰਦੇ ਤੇ ਸਾਨੂੰ ਡੈੱਡ ਬੋਡੀ ਨਹੀਂ ਸੀ ਮਿਲਣੀ। ਪੁਲਿਸ ਨੇ ਕੋਸ਼ਿਸ਼ ਵੀ ਕੀਤੀ ਡੈੱਡ ਬੋਡੀ ਨੂੰ ਚੱਕਣ ਦੀ, ਫਿਰ ਬੱਚਿਆਂ ਨੇ ਉੱਥੇ ਰੌਲਾ ਪਾਇਆ। ਇੱਕ ਸਭ ਤੋਂ ਪਹਿਲਾਂ ਕੁੜੀ ਆਉਂਦੀ ਹੈ, ਜਿਹੜੀ ਸਭ ਤੋਂ ਪਹਿਲੀ ਵੀਡੀਓ ਵਾਇਰਲ ਹੋਈ ਨਾ, ਇੱਧਰੋਂ ਇਹ ਟਰੈਕਟਰ ਕੋਲੋਂ ਇੱਕ ਲੇਡੀ ਆ, ਮੁਸਲਿਮ ਲੇਡੀ, ਉਹਦੇ ਬੁਰਕਾ ਪਾਇਆ ਹੋਇਆ, ਉਹ ਜਾ ਰਹੀ ਹੈ ਅੱਗੋਂ, ਕੋਈ ਪੱਤਰਕਾਰ ਕੁੜੀ ਨਿੱਕੀ ਜਿਹੀ ਉਮਰ ਦੀ ਆ ਰਹੀ ਹੈ। ਉਹ ਜਿਹੜੀ ਲੇਡੀ ਹੈ ਮੁਸਲਿਮ ਲੇਡੀ, ਉਹ ਉਹਨੂੰ ਕਹਿੰਦੀ ਹੈ ਵੀ ਉਧਰ ਗੋਲੀ ਚਲ ਗਈ ਹੈ, ਇੱਕ ਭਈਆ ਕੋ ਗੋਲੀ ਲੱਗ ਗਈ ਹੈ, ਮਾਰ ਦਿਆ ਭਈਆ ਕੋ ਗੋਲੀ ਲੱਗੀ। ਉਹ ਕੁੜੀ ਫਿਰ ਭੱਜ ਕੇ ਜਾਂਦੀ ਹੈ ਉੱਥੇ। ਉਸ ਕੁੜੀ ਦੇ ਜਾਣ ਤੋਂ ਬਾਅਦ ਫਿਰ ਜਿਹੜੇ ਬੱਚੇ ਸੀਗੇ, ਰੌਲਾ ਪਹਿਲਾਂ ਹੀ ਪੈ ਰਿਹਾ ਸੀ, ਉਹ ਠੀਕ ਚੱਕ ਕੇ ਕਹਿ ਰਹੇ ਸੀ ਵੀ ਇਹਨਾਂ ਨੇ ਗੋਲੀ ਮਾਰੀ ਆ। ਪੁਲਿਸ ਵਾਲੇ ਵੀ ਸਾਹਮਣੇ ਫਿਰ ਕੈਮਰੇ 'ਚ ਆ ਗਏ। ਜਦੋਂ ਕੈਮਰੇ 'ਚ ਪੁਲਿਸ ਵਾਲੇ ਆਏ, ਫਿਰ ਪੁਲਿਸ ਪਿੱਛੇ ਹਟਣੀ ਸ਼ੁਰੂ ਹੋ ਗਈ। ਫਿਰ ਸਾਰੀ ਚੀਜ਼ ਜਿਹੜੀ ਸੀਗੀ ਉਹ ਪਹਿਲੀ ਵੀਡੀਓ ਤੋਂ ਬਾਅਦ ਫਿਰ ਕਈ ਸਾਰੀਆਂ ਵੀਡੀਓ ਆ ਗਈਆਂ ਹੁਣ ਸਾਡੇ ਕੋਲ, ਵੀ ਬਹੁਤ ਸਾਰੇ ਐਵੀਡੈਂਸ ਨੇ ਵੀ ਜਿਹੜੇ ਪ੍ਰੂਵ ਕਰਦੇ ਨੇ ਵੀ ਉੱਥੇ ਗੋਲੀ ਚੱਲੀ। ਉੱਥੋਂ ਫਿਰ ਕੌਣ, ਉੱਥੇ ਗਾਜੀਪੁਰ ਕੌਣ ਲੈ ਕੇ ਗਿਆ ਨਵਰੀਤ? ਐਵੇਂ ਸੀਗਾ ਵੀ ਪਹਿਲਾਂ ਤਾਂ ਬੱਚੇ ਉੱਥੇ ਜਿਹੜੇ ਕੁਛ ਲੋਕ ਤੇ ਬੈਠੇ ਸੀ, ਉਹ ਕਹਿੰਦੇ ਸੀ ਅਸੀਂ ਚੱਕਣ ਨਹੀਂ ਦੇਣੀ ਡੈਡ ਬੋਡੀ, ਅਸੀਂ ਇੱਥੇ ਉਹਨਾਂ ਚਿਰ ਇੱਥੋਂ ਹੀ ਇਨਸਾਫ ਲੈ ਕੇ ਫਿਰ ਅਸੀਂ ਬੋਡੀ ਚੱਕਾਂਗੇ। ਤੁਸੀਂ ਇਹਨਾਂ ਨੂੰ ਜਿਨ੍ਹਾਂ ਨੇ ਗੋਲੀ ਮਾਰੀ ਉਹ ਸਾਡੇ ਸਾਹਮਣੇ ਲਿਆਓ। ਪਰ ਜਿਹੜੀ ਗਿਣਤੀ ਸੀ ਉਹ ਬਹੁਤ ਘੱਟ ਸੀ, ਪੁਲਿਸ ਬਹੁਤ ਜ਼ਿਆਦਾ ਸੀ, ਕੋਈ ਵੀ ਇਸ ਤਰ੍ਹਾਂ ਦਾ ਰਿਸਕ ਲੈਣ ਲਈ ਤਿਆਰ ਨਹੀਂ ਸੀ। ਫਿਰ ਇੱਕ ਸਾਡੇ ਉੱਥੇ ਕਾਰ ਸੇਵਾ ਵਾਲੇ ਬਾਬਾ ਜੀ ਨੇ, ਅਨੂਪ ਸਿੰਘ ਨੇ, ਉਹਨਾਂ ਨੇ ਉੱਥੇ ਲੰਗਰ ਵੀ ਲਾਇਆ ਸੀ, ਅਤੇ ਉਹਨਾਂ ਦਾ ਪ੍ਰਭਾਵ ਵੀ ਸੀਗਾ ਉੱਥੇ ਬੱਚਿਆਂ 'ਤੇ। ਸਾਡੇ ਬੱਚੇ ਵੀ ਉਹਨਾਂ ਦੇ ਨਾਲ ਹੀ ਸੀਗੇ, ਉਹ ਵੀ ਆ ਗਏ। ਫਿਰ ਪ੍ਰਾਈਵੇਟ ਗੱਡੀ 'ਚ ਹੀ, ਉਹਨਾਂ ਦੀ ਕਾਰ ਸੇਵਾ ਵਾਲੀ ਗੱਡੀ 'ਚ ਬੋਡੀ ਚੱਕ ਕੇ ਲਿਆਂਦੀ। ਕੋਈ ਇਹਨਾਂ ਨੂੰ ਨਹੀਂ ਮਿਲੀ ਉਸ ਟਾਈਮ 'ਤੇ, ਜਿਹੜੀ ਐਂਬੂਲੈਂਸ ਵਗੈਰਾ ਦੀ ਵੀ ਇਹਨਾਂ ਨੂੰ ਨਹੀਂ ਕੋਈ ਪ੍ਰੋਵਾਈਡ ਉਹਨਾਂ ਨੇ ਕਰਾਈ। ਇਹ ਕਹਿੰਦੇ ਰਹੇ ਪੁਲਿਸ ਵਾਲਿਆਂ ਨੂੰ ਸਾਨੂੰ ਐਂਬੂਲੈਂਸ ਤਾਂ ਦਿਓ ਵੀ ਅਸੀਂ ਇਹਨੂੰ ਲਿਜਾ ਸਕੀਏ। ਫਿਰ ਉਹ ਕਾਰ ਸੇਵਾ ਵਾਲੀ ਗੱਡੀ 'ਚ ਲੈ ਆਏ ਸੀ ਇੱਥੇ ਗਾਜ਼ੀਪੁਰ, ਅਤੇ ਗਾਜ਼ੀਪੁਰ ਤੋਂ ਫਿਰ ਅਸੀਂ ਐਂਬੂਲੈਂਸ 'ਚ ਲੈ ਗਏ ਅੱਗੇ। ਉਦੋਂ ਤੁਹਾਡੀ ਗੱਲ ਹੋਈ ਜਥੇਬੰਦੀਆਂ ਨਾਲ ਜਾਂ ਕਿਸੇ ਨਾਲ ਗੱਲ ਹੋਈ ਜਿਹੜੇ ਗਾਜ਼ੀਪੁਰ ਬਾਰਡਰ 'ਤੇ ਸੀਗੇ? ਨਹੀਂ, ਮੈਨੂੰ ਉਮੀਦ ਸੀਗੀ ਵੀ ਚੱਲ ਅੱਜ ਨਹੀਂ ਤਾਂ ਸਵੇਰੇ ਉਹ ਮੇਰੇ ਨਾਲ ਗੱਲ ਕਰਨਗੇ, ਪਰ ਜਦੋਂ ਅਗਲੇ ਦਿਨ ਵੀ ਉਹਨਾਂ ਮੇਰੇ ਨਾਲ ਗੱਲ ਨਾ ਕੀਤੀ, ਫਿਰ ਮੈਂ ਫੋਨ ਕੀਤਾ ਇਹਨਾਂ ਨੂੰ। ਮਤਲਬ ਡਾਕਟਰ ਦਰਸ਼ਨ ਮੇਰੇ ਪੁਰਾਣੇ ਜਾਣਨ ਵਾਲੇ ਨੇ, ਔਰ ਇਹਨਾਂ ਦੇ ਮੇਨ ਲੀਡਰ ਨੇ ਉਹ ਡਾਕਟਰ ਦਰਸ਼ਨ ਸ਼ਰਮਾ। ਬਲਦੇਵ ਸਿੰਘ ਪਿਛਲੇ 20 ਸਾਲ ਤੋਂ ਅਸੀਂ ਕੰਮ ਇਕੱਠੇ ਕੀਤਾ, ਬੜੇ ਪਲੇਟਫਾਰਮ 'ਤੇ ਅਸੀਂ ਇਕੱਠੇ ਹੁੰਦੇ ਰਹੇ ਹਾਂ। ਹੋਰ ਵੀ ਬਹੁਤ ਸਾਰੇ ਇਹਨਾਂ ਦੇ ਲੀਡਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਮੈਨੂੰ ਜਾਣਦੇ ਨੇ। ਅਤੇ ਮੈਨੂੰ ਇੰਝ ਲੱਗਿਆ ਯਾਰ ਐਡਾ ਵੱਡਾ ਹਾਦਸਾ ਹੋ ਗਿਆ, ਕਿਸੇ ਨੇ ਸਾਨੂੰ ਪੁੱਛਿਆ ਤੱਕ ਨਹੀਂ, ਗਿਲਾ ਵੀ ਸੀਗਾ। ਫਿਰ ਮੈਂ ਫੋਨ ਕੀਤੇ, ਫਿਰ ਵੀ ਮੈਨੂੰ ਕੋਈ ਰਿਸਪੌਂਸ ਨਹੀਂ ਆਇਆ। ਪਰ ਉਦੋਂ ਇਹਨਾਂ ਦਾ ਇਹ ਜਿਹੜਾ ਇਹ ਮੰਨੀ ਜਾ ਸਕਣ ਵਾਲੀ ਗੱਲ ਹੈ ਵੀ ਇਹਨਾਂ ਦੇ ਫੋਨ ਜਿਹੜੇ ਸੀ, ਇਹਨਾਂ ਨੇ ਡਰਦਿਆਂ ਨੇ ਚੱਕਦੇ ਨਹੀਂ ਸੀ, ਇਹ ਲੁਕੇ ਹੋਏ ਸੀ, ਮਤਲਬ ਆਪ ਹੀ ਭੱਜ ਗਏ ਸੀ, ਡਰ ਹੀ ਇੰਨਾ ਗਿਆ ਸੀ ਕਿ ਉਸ ਹਾਦਸੇ ਤੋਂ ਬਾਅਦ ਵੀ ਜਿਹੜੀ ਲੀਡਰਸ਼ਿਪ ਕੁਆਲਿਟੀ ਹੁੰਦੀ ਹੈ ਨਾ, ਵੀ ਔਖੇ ਸਮੇਂ ਦੇ ਉੱਤੇ ਖੜ੍ਹਾ ਰਹਿਣ ਵਾਲੀ, ਉਹ ਕੁਆਲਿਟੀ ਇਹਨਾਂ ਨੇ ਉਦੋਂ ਆਪਣੀ ਸਾਬਤ ਨਹੀਂ ਕਰ ਪਾਏ। ਪਰ ਮੈਂ ਇਹਨਾਂ ਗੱਲਾਂ ਨੂੰ ਹੁਣ ਕਹਿਣਾ ਨਹੀਂ ਚਾਹੁੰਦਾ। ਜਦੋਂ ਅਸੀਂ ਇਹ ਗੱਲਾਂ ਹੁਣ ਵਾਰ-ਵਾਰ ਸਾਡੇ ਵਰਗੇ ਬੰਦੇ ਰਿਪੀਟ ਕਰਨਗੇ, ਅਤੇ ਉਹਦਾ ਜਿਹੜਾ ਪ੍ਰਭਾਵ ਹੈ ਨਾ ਲੋਕਾਂ ਨੂੰ ਨੈਗੇਟਿਵ ਜਾਏਗਾ, ਅਤੇ ਨੈਗੇਟਿਵ ਪ੍ਰਭਾਵ ਜਾਣ ਨਾਲ ਮੋਰਚਾ ਕਮਜ਼ੋਰ ਹੋਏਗਾ। ਹੁਣ ਤੁਹਾਡੀ ਉਸ ਤੋਂ ਬਾਅਦ ਗੱਲ ਹੋ ਗਈ ਸਾਰਿਆਂ ਨਾਲ? ਹਾਂ, ਕੀ ਗੱਲ ਹੋਈ ਉਸ ਤੋਂ ਬਾਅਦ? 13 ਕਿਹਦੇ ਨਾਲ ਹੋਈ? ਜਦੋਂ ਭੋਗ 'ਤੇ ਇਹ 6 ਤਰੀਕ ਨੂੰ ਸੀਗਾ ਸਾਡਾ, 6 ਤਰੀਕ ਦਾ 4 ਫਰਵਰੀ ਦਾ ਭੋਗ ਸੀਗਾ। ਭੋਗ 'ਤੇ ਚਲੇ ਗਏ ਸੀ ਕਾਫੀ ਸਾਰੇ ਲੀਡਰ, ਤਾਂ ਡੱਲੇਵਾਲ ਚਲੇ ਗਏ ਸੀ, ਬਲਦੇਵ ਸਿੰਘ ਸਿਰਸਾ ਚਲੇ ਗਿਆ, ਚੜੂਨੀ ਸਾਹਿਬ ਚਲੇ ਗਏ ਸੀ,
ਉੱਥੇ ਵੀ ਸਾਡੀ ਗੱਲ ਹੋ ਗਈ ਸੀ। ਫਿਰ ਅਸੀਂ 13 ਤਰੀਕ ਨੂੰ ਜਦੋਂ ਉੱਥੋਂ ਇਨਸਾਫ ਮਾਰਚ ਲੈ ਕੇ ਆਏ DWD ਤੋਂ ਗਾਜ਼ੀਪੁਰ ਤੱਕ, ਉਦੋਂ ਨੇ ਸਾਰੀ ਲੀਡਰਸ਼ਿਪ ਉੱਥੇ ਸਟੇਜ ਤੇ ਹੈਗੀ ਸੀ। ਇਹਨਾਂ ਔਨ ਕੀਤਾ, ਉਦੋਂ ਨਵਰੀਤ ਨੂੰ ਸ਼ਹੀਦ ਐਲਾਨ ਕੀਤਾ। ਇਹਨਾਂ ਨੇ ਸਾਨੂੰ ਕਿਹਾ ਵੀ ਜੋ ਵੀ ਬਣਦੀ ਮਦਦ ਸਾਡੇ ਵੱਲੋਂ ਚਾਹੀਦੀ ਹੈ ਤੁਸੀਂ ਸਾਨੂੰ ਦੱਸੋ, ਕੇਸ ਲੜਨਾ ਕੀ ਕਰਨਾ, ਅਸੀਂ ਤੁਹਾਡੇ ਨਾਲ। ਚਲੋ ਸੀ, ਠੀਕ ਹੈ। ਉਹ ਸਮਾਂ ਇਹੋ ਜਿਹਾ ਸੀ ਅਸੀਂ ਗੁੱਸੇ, ਸਾਡੀਆਂ ਨਾਰਾਜ਼ਗੀਆਂ ਵੀ ਸੀ, ਅਸੀਂ ਜ਼ਾਹਰ ਵੀ ਕੀਤੀਆਂ। ਔਰ ਸਭ ਤੋਂ ਜਿਹੜੀ ਮਾੜੀ ਗੱਲ ਸੀਗੀ ਵੀ ਜਿਹੜਾ ਨੌਜਵਾਨਾਂ ਦਾ ਭਰੋਸਾ ਲੀਡਰਸ਼ਿਪ ਤੋਂ ਜਿਹੜਾ ਉੱਠਿਆ, ਉਹ ਸਭ ਤੋਂ ਮਾੜੀ ਗੱਲ। ਮੋਰਚੇ ਵਾਸਤੇ ਸਭ ਤੋਂ ਵੱਡਾ ਨੁਕਸਾਨ ਉਹ ਆ। ਸਾਡਾ ਹੁਣ ਫਿਕਰ ਹੈ ਵੀ ਨੌਜਵਾਨਾਂ ਨੂੰ ਵਾਪਸ ਮੋਰਚੇ ਨਾਲ ਕਿਵੇਂ ਜੋੜਿਆ ਜਾਵੇ। ਇਸ ਲਈ ਮੈਂ ਫਿਰ ਹੁਣ ਅੱਜ ਜਿਹੜਾ ਮੈਂ ਘਰੋਂ ਨਿਕਲਿਆ ਹੋਇਆ 13 ਤਰੀਕ ਤੋਂ, ਉਹ ਹੁਣ ਮੇਰਾ ਘਰੋਂ ਨਿਕਲਣ ਦਾ ਸਮਾਂ ਨਹੀਂ। ਜੇ ਆਮ ਸਧਾਰਨ ਹਾਲਾਤਾਂ ਵਿੱਚ ਦੇਖੀਏ ਤਾਂ ਹੁਣ ਮੈਨੂੰ ਮੇਰੇ ਪਰਿਵਾਰ ਨਾਲ ਹੋਣਾ ਚਾਹੀਦਾ ਸੀ, ਪਰ ਮੈਂ ਜੇ ਹੁਣ ਆਪਦੇ ਪਰਿਵਾਰ ਦੇ ਨਾਲ ਉੱਥੇ ਬੈਠਾ ਅਤੇ ਜਿਸ ਤਰ੍ਹਾਂ ਦੇ ਅੱਜ ਮੋਰਚੇ ਦੇ ਵਿੱਚ ਬਿਖਰਾਵ ਆ, ਨੌਜਵਾਨਾਂ ਦੀ ਨਿਰਾਸ਼ਤਾ ਹੈ, ਅਤੇ ਇਹਨਾਂ ਨੂੰ ਜੋੜਨ ਵਾਲੀ ਹੋਰ ਕੋਈ ਕੜੀ ਨਹੀਂ ਹੈਗੀ। ਕਿਉਂਕਿ ਫਿਰ ਮੈਂ ਇਸ ਕਰਕੇ ਆਇਆ। ਹੁਣ ਮੇਰੇ ਬਹੁਤ ਸਾਰੇ ਨੌਜਵਾਨਾਂ ਨਾਲ ਮੇਰਾ ਰਾਬਤਾ ਹੋ ਚੁੱਕਿਆ। ਅੱਜ ਸ਼ਾਮੀ ਮੈਂ ਚੰਡੀਗੜ੍ਹ ਵੀ, ਇੱਥੇ ਵੀ ਅੱਜ ਸਵੇਰ ਦਾ ਆਇਆ, ਕੱਲ੍ਹ ਦਾ ਵੀ ਆਇਆ। ਅੱਗੇ ਮੈਂ ਜਾ ਕੇ ਆਇਆ, ਬੰਗੇ ਪ੍ਰੋਗਰਾਮ ਸੀਗਾ, ਨਡਾਲੇ ਸੀ ਪ੍ਰੋਗਰਾਮ, ਜਲੰਧਰ ਸੀ। ਕਾਫੀ ਸਾਰੇ ਮੇਰੇ ਜਿਹੜੇ ਉਹਨਾਂ ਨਾਲ ਮੇਰੀ ਕਾਫੀ ਨਾਲ ਗੱਲ ਮੇਰੀ ਹੋ ਚੁੱਕੀ ਹੈ। ਮੈਨੂੰ ਲੱਗਦਾ ਮੈਂ ਨੌਜਵਾਨਾਂ ਨੂੰ ਮੋੜ ਲਿਆਉਂਗਾ, ਅਸੀਂ ਮੋਰਚੇ ਨਾਲ ਚਲੇ ਜਾਵਾਂਗੇ। ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਨਵਰੀਤ ਵੀ ਜਿਹੋ ਜਿਹਾ ਨਵਰੀਤ ਸੀ ਉਹ ਜੇ ਤੁਸੀਂ ਹੋ। ਮੈਂ ਕਿਹਾ ਵੀ ਤੁਹਾਡੀ ਹੁਣ ਜ਼ਿਆਦਾ ਜ਼ਿੰਮੇਵਾਰੀ ਆ। ਜੇ ਤੁਸੀਂ ਨਵਰੀਤ ਨੂੰ ਸੱਚਮੁੱਚ ਪਿਆਰ ਕਰਦੇ ਹੋ, ਮੈਂ ਮੰਨਦਾ ਤੁਹਾਡੇ ਦਿਲਾਂ ਵਿੱਚ ਨਵਰੀਤ ਲਈ ਜਿਹੜੀ ਥਾਂ ਵਾ, ਔਰ ਜਿੰਨਾ ਤੁਸੀਂ ਨਵਰੀਤ ਨੂੰ ਪਿਆਰ ਦਿੱਤਾ, ਤੁਹਾਡੀਆਂ ਅੱਖਾਂ ਦੇ ਵਿੱਚ ਮੈਂ ਵੇਖਦਾ ਨਵਰੀਤ ਦੇ ਸੁਪਨੇ, ਅਤੇ ਉਹ ਤਾਂ ਹੀ ਪੂਰੇ ਹੋ ਸਕਦੇ ਜੇ ਆਪਾਂ ਮੋਰਚੇ ਨਾਲ ਖੜੇ ਹੋਈਏ ਤਾਂ। ਅਤੇ ਆਪਾਂ ਸਾਰਿਆਂ ਨੇ ਮੋਰਚੇ ਨਾਲ ਖੜੇ ਹੋਣਾ। ਠੀਕ ਹੈ, ਉਹਨਾਂ ਦੀਆਂ ਜੇ ਕੋਈ ਲੀਡਰਸ਼ਿਪ ਦੀਆਂ ਕਮਜ਼ੋਰੀਆਂ, ਗਲਤੀਆਂ, ਆਪਾਂ ਫਿਰ ਬਾਅਦ 'ਚ ਉਹਨਾਂ ਨਾਲ ਗੱਲ ਕਰ ਲਾਂਗੇ। ਕਿਉਂਕਿ ਉਹਨਾਂ ਨੂੰ ਸਭ ਤੋਂ ਗੁੱਸਾ ਜਿਹੜਾ ਇਹ ਆ ਵੀ ਜਿਹੜਾ ਉਹਨਾਂ ਨੇ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਬਾਰੇ ਜਿਹੜਾ ਉਹਨਾਂ ਦੀ ਨਜ਼ਰੀਆ ਉਹਨਾਂ ਨੇ ਬਣਾਇਆ ਜਾਂ ਉਹਨਾਂ ਨੇ ਪੇਸ਼ ਕੀਤਾ, ਆਪਣੇ ਆਪ ਨੂੰ ਉਹਨਾਂ ਨੂੰ ਅਲੱਗ ਦਿਖਾਉਣ ਦੀ ਕੋਸ਼ਿਸ਼ ਕੀਤੀ, ਇਸ ਨਾਲ ਨੌਜਵਾਨਾਂ 'ਚ ਨਾਰਾਜ਼ਗੀ। ਵੀ ਇੱਕ ਗੱਲ ਸਾਨੂੰ ਮੰਨ ਕੇ ਚੱਲਣੀ ਚਾਹੀਦੀ ਹੈ ਵੀ ਬੇਸ਼ੱਕ ਇਹ ਲੀਡਰਸ਼ਿਪ ਕਿਸਾਨੀ ਅੰਦੋਲਨ ਦੇ ਲੀਡਰ ਹੈਗੇ ਆ, ਇਹਨਾਂ ਨੇ ਕੋਲ ਲੜਿਆ, ਪਰ ਇਸ ਮੂਵਮੈਂਟ ਨੂੰ ਦਿੱਲੀ ਦੀਆਂ ਬਰੂਹਾਂ ਤੱਕ ਨੌਜਵਾਨ ਲੈ ਕੇ ਗਿਆ। ਔਰ ਨੌਜਵਾਨ ਜਿਹੜੇ ਸੀਗੇ ਉਹਨਾਂ ਦੀ ਜ਼ਿਆਦਾਤਰ ਅਗਵਾਈ ਜਿਹੜੀ ਆ ਉਹ ਲੱਖੇ ਸਿਧਾਣੇ, ਦੀਪ ਸਿੱਧੂ ਜਾਂ ਗਾਉਣ ਵਾਲੇ ਸਾਡੇ ਗਾਇਕਾਂ ਨੇ ਕੀਤੀ। ਅਤੇ ਜਦੋਂ ਇਹ ਸਾਰੇ ਨਿਰਾਸ਼ ਹੋ ਜਾਣਗੇ, ਨੌਜਵਾਨ ਨਿਰਾਸ਼ ਹੋ ਜਾਣਗੇ, ਗਾਇਕ ਵੀ ਆਪਣੇ ਉਸ ਸੁਰ ਵਿੱਚ ਨਹੀਂ ਹੈਗੇ ਉੱਦਣ ਦੇ, ਜੋ ਉਵੇਂ ਭਾਵੇਂ ਆਪਾਂ ਮਰਜ਼ੀ ਕਹੀ ਜਾਈਏ। ਅਤੇ ਇਹ ਸਾਰਿਆਂ ਨੂੰ ਦੁਬਾਰਾ ਮੂਵਮੈਂਟ ਦੇ ਨਾਲ ਜੋੜਨਾ ਜਿਹੜਾ, ਉਹ ਮੈਂ ਸਮਝਦਾ ਵੀ ਕਿਉਂਕਿ ਸਾਡੇ ਨਾਲ ਜਿਹੜਾ ਹਾਦਸਾ ਹੋਇਆ, ਇਸ ਕਰਕੇ ਬੱਚੇ ਜਿਹੜੇ ਆ ਉਹ ਸਾਡੇ ਮੂੰਹ ਵੱਲ ਵੀ ਵੇਖਦੇ ਵੀ ਇਹ ਕੀ ਕਹਿੰਦੇ ਆ, ਅਤੇ ਸਾਨੂੰ ਇਸ ਵੇਲੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਇਸ ਕਰਕੇ ਮੈਂ ਫਿਰ ਇੱਥੇ ਆਇਆ ਪੰਜਾਬ 'ਚ। ਮੈਂ ਤੁਸੀਂ ਨੌਜਵਾਨਾਂ ਨੂੰ ਕਹਿ ਰਹੇ ਹੋ ਕਿ ਵੱਧ ਤੋਂ ਵੱਧ ਉੱਥੇ ਪਹੁੰਚੋ, ਵੱਧ ਤੋਂ ਵੱਧ ਇਹੀ ਕਹਿ ਰਿਹਾ ਵੀ ਤੁਸੀਂ ਵੱਧ ਤੋਂ ਵੱਧ ਮੋਰਚੇ ਵਿੱਚ ਚੱਲੋ, ਮੈਂ ਤੁਹਾਡੇ ਨਾਲ ਹਾਂ। ਤੁਹਾਡੇ ਜਿਹੜੇ ਗਿਲੇ ਸ਼ਿਕਵੇ ਬਣਦੇ ਤੁਸੀਂ ਮੈਨੂੰ ਦੱਸੋ, ਮੈਂ ਆਪਾਂ ਉਹਨਾਂ ਨੂੰ ਲੈ ਕੇ ਗੱਲ ਕਰਾਂਗੇ। ਅਸੀਂ ਅੱਜ ਮੇਰੀ ਗੱਲ ਹੋਈ ਸੀ, ਡਾਕਟਰ ਦਰਸ਼ਨ ਦਾ ਫੋਨ ਆਇਆ ਸੀ ਸ਼ਾਮੀ, ਮੈਂ ਉਹਨਾਂ ਨੂੰ ਕਿਹਾ ਵੀ ਅਸੀਂ 25 ਤਰੀਕ ਨੂੰ ਆਵਾਂਗੇ, ਤੁਹਾਡੇ ਨਾਲ ਬੈਠਾਂਗੇ। ਅਸੀਂ ਫਿਰ ਉਹਨਾਂ ਨਾਲ ਬੈਠਾਂਗੇ 25 ਤਰੀਕ ਨੂੰ ਉੱਥੇ ਜਾਓਗੇ? ਹਾਂ, ਫਿਰ ਉਹਨਾਂ ਨਾਲ ਉੱਥੇ ਬੈਠਾਂਗੇ ਅਸੀਂ 25 ਨੂੰ। ਬਾਕੀ ਦੇਖੋ ਕੀ ਲੱਗਦਾ ਗਾ ਹੁਣ ਤੁਹਾਨੂੰ, ਯਕੀਨ ਹੈ ਕਿ ਇਨਸਾਫ ਆ ਜਿਹੜਾ ਉਹ ਹੋਏਗਾ? ਨਵਰੀਤ ਦਾ ਇਨਸਾਫ ਕੋਰਟ ਤੋਂ ਜਿਹੜਾ ਮਿਲਣਾ ਹੈ, ਉਹ ਜਿਸ ਤਰ੍ਹਾਂ ਸਾਡੇ ਕੋਰਟਾਂ ਦਾ ਹਾਲਤ ਆ, SIT ਬਣਾਈ ਜਾਊਗੀ। ਜਿਹੜੇ ਸਾਡੇ ਪਿਛਲੇ ਤਜਰਬੇ ਆ, ਜੋ ਹਾਲੇ ਤੱਕ ਸਾਨੂੰ 1984 ਦਾ ਇਨਸਾਫ ਨਹੀਂ ਮਿਲਿਆ। ਸਾਡੇ ਕਿੰਨੇ ਸਿੰਘ ਜਿਹੜੇ ਆ ਉਹ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ 'ਚ ਬੈਠੇ ਆ, ਜਿਨ੍ਹਾਂ ਦੀਆਂ 10-10 ਸਾਲ ਹੋ ਗਏ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਫਿਰ ਵੀ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ। ਅਤੇ ਫਿਰ ਅਸੀਂ ਇਹਨਾਂ ਤੋਂ ਵੱਖਰਾ ਇਨਸਾਫ ਕੋਈ ਅਸੀਂ ਉਮੀਦ ਕਰੀਏ ਤਾਂ ਅਸੀਂ ਨਹੀਂ ਕਰ ਸਕਦੇ ਵੀ। ਪਰ ਫਿਰ ਵੀ ਸਾਡੇ ਕੋਲ ਹੋਰ ਹੈ ਕਿ ਵੀ ਜੇ ਅਸੀਂ ਨਹੀਂ ਜਾਂਦੇ ਤਾਂ ਵੀ ਸਾਡੇ ਨਾਲ ਜਿਹੜੇ ਖੜੇ ਆ ਉਹਨਾਂ ਨੂੰ ਲੱਗਦਾ ਹੈ ਵੀ ਇਹ ਫਿਰ ਕੀ ਚਾਹੁੰਦੇ ਆ, ਜੇ ਕੋਰਟ ਵੀ ਨਹੀਂ ਜਾਂਦੇ ਤਾਂ। ਅਤੇ ਇਸ ਕਰਕੇ ਅਸੀਂ ਕੋਰਟ ਜਾਣਾ, ਅਤੇ ਸਾਡਾ ਜੋ ਬਣਦਾ ਸੀਗਾ ਸਾਡੇ ਵੱਲੋਂ ਜੋ ਬਣਦੀ ਕਾਰਵਾਈ ਸੀ ਅਸੀਂ ਕਰ ਚੁੱਕੇ ਹਾਂ। ਮੂਵ ਹੋ ਗਈ ਆ, ਪਟੀਸ਼ਨ ਮਨਜ਼ੂਰ ਹੋ ਗਈ ਆ, ਤਰੀਕ ਪੈ ਗਈ ਆ, ਉਹ ਸਾਰੀਆਂ ਚੀਜ਼ਾਂ ਹੋ ਹੀ ਜਾਣਗੀਆਂ। ਪਰ ਇਹ ਆਪਾਂ ਹੁਣ ਦੇਖਦੇ ਹੀ ਹਾਂ ਵੀ ਕਿ ਇਹ ਕੋਰਟਾਂ ਦੇ ਵਿੱਚ ਜ਼ਿੰਦਗੀਆਂ ਲੰਘ ਜਾਂਦੀਆਂ, ਕਿਸੇ ਨੂੰ ਇਨਸਾਫ ਮਿਲਦਾ ਨਹੀਂ ਗਾ। ਉਵੇਂ ਇਹ ਸਾਡੇ ਵਾਲੇ ਮਾਮਲੇ 'ਚ ਵੀ ਕੋਈ ਮੈਂ ਬਹੁਤ ਜ਼ਿਆਦਾ ਉਮੀਦ ਨਹੀਂ ਵੇਖਦਾ। ਪਰ ਇੱਕ ਉਮੀਦ ਮੈਂ ਵੇਖਦਾ ਵੀ ਜਿਸ ਤਰ੍ਹਾਂ ਦੇ ਦੇਸ਼ ਦੇ ਅੱਜ ਹਾਲਾਤ ਨੇ, ਜੇ ਕੋਰਟ ਤੇ ਇਨਸਾਫ ਵਿੱਚ ਲੋਕਾਂ ਦਾ ਯਕੀਨ ਵਾਪਸ ਨਾ ਆਇਆ, ਫਿਰ ਇਸ ਦੇਸ਼ ਨੂੰ ਇੱਕ ਮੁੱਠ ਰੱਖਣਾ ਬਹੁਤ ਔਖਾ ਹੋ ਜਾਏ। ਔਰ ਕੋਰਟ ਜੇ ਅੱਜ ਇਸ ਵੇਲੇ ਆਪਣੀ ਉਹ ਜ਼ਿੰਮੇਵਾਰੀ ਨਹੀਂ ਨਿਭਾਉਂਦਾ, ਅਤੇ ਉਹ ਸਭ ਤੋਂ ਵੱਡੀ ਗੱਦਾਰੀ ਹੋਏਗੀ ਉਸ ਦੇਸ਼ ਨਾਲ, ਦੇਸ਼ ਦੇ ਲੋਕਾਂ ਨਾਲ। ਕਿਉਂਕਿ ਉਹੀ ਇੱਕ ਹੈਗਾ ਪਲੇਟਫਾਰਮ ਜਿਸ 'ਤੇ ਭਾਵੇਂ ਅੱਜ ਦੀ ਤਰੀਕ ਵਿੱਚ ਕੋਰਟ, ਸਾਡਾ ਸੁਪਰੀਮ ਕੋਰਟ ਦੇ ਜੱਜ ਜਿਹੜੇ ਸਭ ਨੰਗੇ ਹੋ ਚੁੱਕੇ ਆ ਵੀ ਜੋ ਹੁਕਮ
ਆਉਂਦਾ ਹੈ ਮੋਦੀ ਸਾਹਿਬ ਦਾ, ਉਹੀ ਲਿਖ ਦਿੰਦੇ ਆ। ਹੁਣ ਸੁਪਰੀਮ ਕੋਰਟ ਦਾ ਜੱਜ ਰਿਟਾਇਰ ਹੋ ਕੇ ਅਗਲੇ ਦਿਨ ਰਾਜ ਸਭਾ ਦੀ ਮੈਂਬਰੀ ਦੀ ਸਹੁੰ ਚੱਕ ਜਾਂਦਾ, ਅਤੇ ਇਹ ਗਾਂ ਫਿਰ ਆਪਾਂ ਕੀ ਉਮੀਦ ਕਰਾਂਗੇ। ਸੋ ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਕਈ ਵਾਰੀ ਹੁੰਦਾ ਹੈ ਵੀ ਕਿਸੇ ਦੀ ਜ਼ਮੀਰ ਜਾਗ ਜਾਂਦੀ ਹੈ, ਔਰ ਕਈ ਵਾਰੀ ਅਗਲਾ ਸੋਚਦਾ ਵੀ ਜਿਵੇਂ ਅਸੀਂ ਪਿਛਲਿਆਂ ਦਾ ਇਤਿਹਾਸ ਪੜ੍ਹਦੇ ਹਾਂ, ਸਾਡਾ ਵਿੱਚ ਕੋਈ ਇਤਿਹਾਸ ਪੜ੍ਹੂਗਾ। ਹੋ ਸਕਦਾ ਕਿਸੇ ਜੱਜਾਂ ਨੂੰ ਐਨ ਲੱਗਣ ਲੱਗ ਜੇ ਵੀ ਇਸ ਮੋੜ 'ਤੇ ਜੇ ਅਸੀਂ ਕੋਈ ਇਹੋ ਜਿਹਾ ਆਪਣਾ ਬਣਦਾ ਰੋਲ ਨਾ ਨਿਭਾਇਆ ਤਾਂ ਸਾਡੀਆਂ ਤਾਂ ਪੀੜ੍ਹੀਆਂ ਬਾਹਰ ਮੂੰਹ ਕੱਢਣ ਜੋਗੀਆਂ ਨੇ ਰਹਿ ਜਾਣੀਆਂ। ਹੋ ਸਕਦਾ ਕਿ ਇਨਸਾਫ ਲੋਕਾਂ ਨੂੰ ਮਿਲਣ ਲੱਗ ਜਾਏ, ਔਰ ਸ਼ੁਰੂਆਤ ਸਾਡੇ ਤੋਂ ਹੀ ਹੋ ਜਾਏ, ਇਸ ਤੋਂ ਹੀ ਹੋ ਜਾਵੇ। ਅੱਛਾ, ਕਿ ਬੜੀ ਤਰਾਸਦਿਕ ਗੱਲ ਸੀ ਕਿ ਮੈਨੂੰ ਪਤਾ ਲੱਗਿਆ ਕਿ ਨਵਰੀਤ ਦੇ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦੇ ਪਤਨੀ ਆਸਟ੍ਰੇਲੀਆ ਸੀਗੇ, ਭੈਣ ਕੈਨੇਡਾ ਸੀਗੇ, ਪਰਿਵਾਰ ਵੀ ਇਕੱਠਾ ਨਹੀਂ ਹੋ ਸਕਿਆ, ਹਾਂ, ਮਿਲਣੇ ਉਹਨਾਂ ਚਿਹਰਾ ਵੀ ਨਹੀਂ ਦੇਖ ਸਕੇ। ਉਹ ਬਹੁਤ ਔਖਾ ਹੈ ਸਾਡੇ ਲਈ ਇਹ ਗੱਲ। ਮਤਲਬ ਇਹ ਸਾਨੂੰ ਇੰਝ ਲੱਗਦਾ ਵੀ ਅੱਜ ਹੱਲੇ ਸਾਡੇ ਕੋਲੋਂ ਸਾਨੂੰ ਤਾਂ ਸਹੀ ਮੈਨੇ ਜਿਵੇਂ ਵੀ ਨਵਰੀਤ ਨੂੰ ਰੋਣ ਦਾ ਵੀ ਮੌਕਾ ਨਹੀਂ ਮਿਲਿਆ, ਵੀ ਅਸੀਂ ਉਹਨੂੰ ਸਹੀ ਤਰੀਕੇ ਨਾਲ ਰੋ ਵੀ ਨਹੀਂ ਸਕੇ, ਕਿ ਜ਼ਿੰਮੇਵਾਰੀਆਂ ਸਾਡੇ ਸਾਹਮਣੇ ਜ਼ਿੰਮੇਵਾਰੀਆਂ ਇੰਨੀਆਂ ਵੱਡੀਆਂ ਖੜੀਆਂ ਹੈ ਵੀ ਸਾਡੇ ਕੋਲ ਇਹ ਵੀ ਨਹੀਂ ਟਾਈਮ ਨਾ ਅਸੀਂ ਆਪਣੇ ਬੱਚਿਆਂ ਨੂੰ ਗਲ 'ਚ ਲੈ ਸਕੇ ਹਾਂ। ਹੱਲੇ ਇਹ ਸਾਰੀਆਂ ਚੀਜ਼ਾਂ ਹੱਲੇ ਪਈਆਂ ਸਾਡੇ ਕੋਲ। ਕਦੋਂ ਸਾਨੂੰ ਫੁਰਸਤ ਮਿਲੇਗੀ, ਕਦੋਂ ਫਿਰ ਇਹਨਾਂ ਗੱਲਾਂ ਹੋਣਗੇ ਦੋ ਚਾਰ। ਇਹ ਗੱਲ ਉਹਨਾਂ ਦੀ ਇੱਛਾ ਤਾਂ ਬਹੁਤ ਹੋ ਭੈਣ ਹੋਰਾਂ ਦੀ, ਉਹਨਾਂ ਦੀ ਪਤਨੀ ਕਿਉਂ ਨਹੀਂ ਸਾਨੂੰ ਪਤਾ ਸੀ ਉਹਨਾਂ ਨੂੰ ਕਿਵੇਂ ਚੁੱਪ ਕਰਾਇਆ ਹੈ। ਵੀ ਜਦੋਂ ਵੀਡੀਓ ਕਾਲ 'ਤੇ ਮੇਰੇ ਨਾਲ ਮੇਰੀ ਪੋਤਰੀ ਰੂਬਰੂ ਹੋਈ, ਮੈਨੂੰ ਪਤਾ ਹੈ ਉਹ ਪਲ ਵੀ ਮੇਰੇ ਲਈ ਕਿੰਨੇ ਔਖੇ ਸੀ। ਬਾਕੀ ਤੁਸੀਂ ਜਾਣਦੇ ਹੀ ਹੋ ਸਾਰੇ। ਚਲੋ ਫਿਰ ਵੀ ਮੈਂ ਕਹਿੰਦਾ ਵੀ ਸਾਨੂੰ ਹੁਣ ਇਹ ਸਮੇਂ ਦੇ ਵਿੱਚ ਕਮਜ਼ੋਰ ਨਹੀਂ ਪੈਣਾ ਚਾਹੀਦਾ। ਸਾਡੀ ਕਮਜ਼ੋਰੀ ਅੰਦੋਲਨ ਨੂੰ ਕਮਜ਼ੋਰ ਕਰਦੀ। ਅਸੀਂ ਤਕੜੇ ਹਾਂ, ਅਸੀਂ ਖੜ੍ਹ ਕੇ ਲੜਾਂਗੇ, ਮੋਰਚੇ ਨਾਲ ਖੜਾਂਗੇ, ਬਿਲਕੁਲ ਖੜਾਂਗੇ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਆਪਣੇ ਸਾਰੇ ਪੰਜਾਬ ਨੂੰ, ਸਾਰੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਖਰ 'ਚ? ਮੈਂ ਇਹੀ ਕਹਿਣਾ ਚਾਹੁੰਦਾ ਨੌਜਵਾਨਾਂ ਨੂੰ ਖਾਸ ਕਰਕੇ ਵੀ ਤੁਸੀਂ ਜਿਹੜਾ ਤੁਹਾਡਾ ਕੋਈ ਵੀ ਗਿਲਾ ਸ਼ਿਕਵਾ ਨਾ, ਉਹ ਸਮਾਂ ਨਹੀਂ ਹੈਗਾ। ਆਓ ਆਪਾਂ ਇਕੱਠੇ ਹੋ ਕੇ ਫਿਰ ਇੱਕ ਵਾਰੀ ਮੋਰਚੇ ਦੀ ਉਸ ਚੜ੍ਹਤ ਬਣਾਈਏ। ਉਵੇਂ ਕਿਸਾਨਾਂ ਨੂੰ ਵੀ ਮੇਰਾ ਇਹੀ ਕਹਿਣਾ, ਕਿਉਂਕਿ ਮਾਂ ਪਿਓ ਦਾ ਜਦੋਂ ਭਰੋਸਾ ਡੋਲਦਾ ਹੈ ਨਾ, ਫਿਰ ਉਹ ਬੱਚਿਆਂ ਨੂੰ ਮਾਂ ਪਿਓ ਜਿਵੇਂ ਅੱਗੇ ਅਸੀਂ ਵੀ ਤੋਰਦੇ ਸੀਗੇ, ਮਾਂ ਪਿਓ ਤੋਰਦੇ ਸੀ ਆਪਣੇ ਬੱਚਿਆਂ ਨੂੰ, ਜਾਓ ਵੀ ਤੁਸੀਂ ਮੋਰਚਿਆਂ 'ਤੇ। ਜਦੋਂ ਇਸ ਐਪੀਸੋਡ ਤੋਂ ਬਾਅਦ ਮਾਂ ਪਿਓ ਵੀ ਡਰਿਆ ਹੋਇਆ ਇੱਕ ਵਾਰੀ, ਉਹਨਾਂ ਦਾ ਡਰ ਦੂਰ ਕਰਨਾ ਵੀ ਰੋਜ਼ ਨਹੀਂ ਇਹੋ ਜਿਹੀ ਕਹਾਣੀਆਂ ਹੋਣੀਆਂ। ਜੋ ਹੋ ਗਿਆ ਉਹ ਵਾਪਰ ਗਿਆ, ਜੋ ਵਾਪਸ ਨਹੀਂ ਆ ਸਕਦਾ। ਪਰ ਇਹ ਹੁਣ ਇਹੋ ਜਿਹੀਆਂ ਗੱਲਾਂ ਰੋਜ਼ ਨਹੀਂ ਹੁੰਦੀਆਂ। ਅਤੇ ਆਪਾਂ ਸਾਰੇ ਜਣੇ ਮੋਰਚੇ ਨੂੰ, ਕਿਉਂਕਿ ਇਹ ਸਭ ਤੋਂ ਵੱਡੀ ਚੀਜ਼ ਹੈ ਇਸ ਮੋਰਚੇ ਦੀ ਜਿਹੜੀ ਸਫਲਤਾ ਹੈ, ਉਹ ਹੈ ਕਿ ਇੰਨਾ ਲੰਮਾ ਸਮਾਂ ਸ਼ਾਂਤਮਈ ਰਹਿ ਕੇ ਮੋਰਚਾ ਚਲਾਉਣਾ, ਔਰ ਇੰਨੇ ਵੱਡੇ ਯੂਥ ਦਾ ਉਸ ਦਿਨ ਪਰੇਡ ਮਾਰਚ ਵਿੱਚ ਜਾਣਾ, ਔਰ ਯੂਥ ਦਾ ਉੱਥੇ ਕੋਈ ਵੀ ਇਹੋ ਜਿਹਾ ਖਰੂਦ ਨਾ ਕਰਨਾ। ਕੋਈ ਅੱਗ ਨਹੀਂ ਲੱਗੀ, ਕਿਸੇ ਚੀਜ਼ ਦੀ ਤੋੜ ਭੰਨ ਨਹੀਂ ਹੋਈ, ਕਿਸੇ ਨੂੰ ਕੁੱਟਮਾਰ ਨਹੀਂ ਹੋਈ। ਅਤੇ ਨਹੀਂ ਤਾਂ ਆਪਣੇ ਪਿਛਲੇ ਅੰਦੋਲਨਾਂ ਦਾ ਤੁਸੀਂ ਹਾਲ ਵੇਖ ਲਓ ਵੀ ਇੱਕ ਦਿਨ ਦਾ ਅੰਦੋਲਨ ਹੁੰਦਾ ਹੈ ਅਤੇ ਅੱਧਾ ਸ਼ਹਿਰ ਸਾੜ ਦਿੰਦੇ ਆ ਲੋਕ, ਕੁਛ ਵੀ ਨਹੀਂ ਹੋਇਆ। ਅਤੇ ਇਹ ਸਾਰੀਆਂ ਚੀਜ਼ਾਂ ਹੈਗੀਆਂ ਅੰਦੋਲਨ, ਇਸੇ ਕਰਕੇ ਅੰਦੋਲਨ ਕਾਮਯਾਬ ਆਉਣ ਵਾਲੇ ਸਮੇਂ 'ਚ। ਬਾਕੀ ਜਿਹੜੇ ਹੁਣ ਜਿਹੜੇ ਪ੍ਰੋਗਰਾਮਾਂ ਦੀ ਗੱਲ ਚੱਲਦੀ ਹੈ ਵੀ ਕੋਈ ਪ੍ਰੋਗਰਾਮ ਦੇਣ, ਮੈਨੂੰ ਲੱਗਦਾ ਵੀ ਸਾਨੂੰ ਹੁਣ ਕੋਈ ਪ੍ਰੋਗਰਾਮ ਦੇਣ ਦੀ ਲੋੜ ਨਹੀਂ। ਸਾਡਾ ਬੈਠਣਾ ਹੀ ਉੱਥੇ ਬਹੁਤ, ਬੈਠਣਾ ਵੀ ਇੱਕ ਪ੍ਰੋਗਰਾਮ ਆ ਸਾਡਾ। ਉੱਥੇ ਸਾਡੀ ਚੁੱਪ ਵਿੱਚ ਹੁਣ ਬਹੁਤ ਵੱਡੇ ਸਵਾਲ, ਦੁਨੀਆ ਸਾਡੀ ਚੁੱਪ ਦੇ ਵਿੱਚ ਬਹੁਤ ਕੁਝ ਵੇਖਦੀ ਆ। ਸਾਡੀ ਖਾਮੋਸ਼ੀ ਹੀ ਉਹਨਾਂ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਹੈ। ਸਾਡਾ ਬੈਠੇ ਰਹਿਣਾ ਬਹੁਤ ਵੱਡੀ ਗੱਲ ਹੈ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ। ਇਹ ਸਨ ਨਵਰੀਤ ਦੇ ਦਾਦਾ ਜੀ ਹਰਦੀਪ ਸਿੰਘ ਡਿਬਡਵਾ ਹੋਰੀ, ਔਰ ਇਹੀ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਜਿਹੜਾ ਘਾਟਾ ਪਿਆ ਉਹ ਤਾਂ ਬਹੁਤ ਵੱਡਾ ਘਾਟਾ, ਪਰ ਇਸ ਘੜੀ 'ਚ ਵੀ ਉਹਨਾਂ ਨੂੰ ਲੱਗਦਾ ਇਤਿਹਾਸ ਨਨਕਾਣਾ ਸਾਹਿਬ ਨਾਲ ਜੋੜਦੇ ਨੇ ਜਾ ਕੇ। ਉਹ ਮੋਰਚੇ ਜਿਹੜੇ ਪੰਜਾਬ ਦੇ ਇਤਿਹਾਸ 'ਚ ਇੱਕ ਸਦੀ ਪਹਿਲਾਂ ਲੱਗੇ, ਉਹਦੇ ਨਾਲ ਜੋੜ ਕੇ ਉਹ ਕਹਿੰਦੇ ਨੇ ਕਿ ਇੱਕ ਫੁੱਫੜ ਜੀ 'ਤੇ ਆ ਕੇ ਗੱਲ ਨਵਰੀਤ 'ਤੇ ਰੋਗੀ, ਪਰ ਨਵਰੀਤ ਸਾਡਾ ਨਹੀਂ ਸੀ, ਨਵਰੀਤ ਕੌਮ ਦਾ ਸੀ। ਪਰ ਚੜ੍ਹਦੀ ਕਲਾ ਦੀ ਗੱਲ ਉਹ ਅੱਜ ਵੀ ਐਡੇ ਵੱਡੇ ਸੰਕਟ ਦੇ ਬਾਵਜੂਦ, ਬਹੁਤ ਔਖਾ ਹੁੰਦਾ ਗਾ, ਤੁਹਾਨੂੰ ਸਭ ਨੂੰ ਪਤਾ ਗਾ, ਬਹੁਤ ਔਖਾ ਹੁੰਦਾ ਕਿਸੇ ਦਾ ਇੰਨਾ ਨੇੜਲਾ ਚਲੇ ਜਾਣਾ, ਬਹੁਤ ਔਖਾ ਹੁੰਦਾ। ਫਿਰ ਵੀ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਚੜ੍ਹਦੀ ਕਲਾ 'ਚ ਰਹੋ, ਚੜ੍ਹਦੀ ਕਲਾ 'ਚ ਰਹਿ ਕੇ ਕਿਸਾਨ ਅੰਦੋਲਨ 'ਚ ਉਹਨਾਂ ਦਾ ਇਹ ਲਗਾਤਾਰ ਅਪੀਲ ਕਰ ਰਹੇ ਨੇ, ਸ਼ਾਮਲ ਹੋ। ਨੌਜਵਾਨਾਂ ਨੂੰ ਵੀ ਕਹਿ ਰਹੇ ਨੇ ਬਾਕੀ ਗਿਲੇ ਬਾਅਦ 'ਚੋਂ ਦੂਰ ਕਰ ਲਾਂਗੇ, ਜਿਹੜੀਆਂ ਆਪਸੀ ਲੜਾਈਆਂ ਨੇ ਉਹਨਾਂ 'ਚ ਨਾ ਪਾਓ, ਆਪਸੀ ਲੜਾਈਆਂ 'ਚ ਉਹ ਬਾਅਦ 'ਚੋਂ ਦੂਰ ਹੋ ਜਾਣਗੀਆਂ, ਪਹਿਲਾਂ ਇਸ ਵੱਡੀ ਲੜਾਈ ਦਾ ਹਿੱਸਾ ਬਣੋ। ਕੈਮਰਾਮੈਨ ਪ੍ਰੀਤ ਦੇ ਨਾਲ ਯਾਦਵਿੰਦਰ ਸਿੰਘ, ਪ੍ਰੋ ਪੰਜਾਬ TV, ਚੰਡੀਗੜ੍ਹ।